दुख में संग न कोई, कहो नानक हर भजन मना, अंत सहाय होए। वाहिगुरु जी का खालसा, वाहिगुरु जी की फतेह। रजान राज वानान पहाड़ विवाद देव रूपा महान सतगुरु धन धन साहिब श्री गुरु ग्रंथ साहिब जी महाराज पिता दी पवित्र पावन होने अंदर सतगुਰਾਂ ਦੀ ਅੰਮ੍ਰਿਤਮਈ ਮੂਰਤਾ ਨਿਰਗ ਆਨੰਦ ਮਾਣ ਰਹੀ ਗੁਰੂ ਦੀ ਸਾਜੀ ਔਰ ਰਿਵਾਜੀ ਹੋਈ ਸਾਧ ਸੰਗਤ ਵੱਡੇ ਭਾਗਾਂ ਵਾਲੇ ਗੁਰੂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੋਦ ਔਰ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਚਰਨ ਛੂਹ ਪ੍ਰਾਪਤ ਅਸਥਾਨਾਂ ਦੇ ਦਰਸ਼ਨ ਦਿਦਾਰੇ ਪ੍ਰਾਪਤ ਹੋ ਰਹੇ ਨੇ। ਇਸ ਤੋਂ ਪਹਿਲਾਂ ਆਪ ਜੀਆਂ ਨੇ ਬੜੇ ਪਿਆਰ ਸਤਿਕਾਰ ਸਹਿਤ ਹਜ਼ੂਰੀ ਰਾਗੀ ਜਥੇ ਪਾਸੋਂ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਰਾਜ ਪ੍ਰਾਪਤ ਕੀਤੇ ਹਨ। ਜਿੱਥੇ ਸਾਧ ਸੰਗਤ ਜੀ ਕੀਰਤਨ ਚਲਾਕ ਜੀ ਬਣ ਕੇ ਆਪਣੇ ਨਿਕਲ ਰਹੇ ਸਵਾਸਾਂ ਨੂੰ ਵਾਹਿਗੁਰੂ ਵੱਲੋਂ ਬਖਸ਼ੇ ਸਮੇਂ ਨੂੰ ਸਫਲਾ ਕਰ ਰਹੇ ਸੀ। ਉੱਥੇ ਚੱਲ ਰਹੀ ਲੜੀਵਾਰ ਸ਼ਲੋਕ ਮਹੱਲਾ 9ਵਾਂ ਦੇ ਸਰਲੇਖ ਹੇਠ ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਿਰਾਗ ਲਈ ਇਹ ਬਾਤ ਸ਼ਲੋਕ ਹੈ। ਉਚਾਰਨ ਕੀਤੇ ਨੇ ਦਿੱਲੀ ਚਾਂਦਨੀ ਚੌਕ ਦੇ ਅੰਦਰ ਸਤਿਗੁਰਾਂ ਦੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਰੱਬੀ ਕਲਾਮ ਵਾਸਤੇ ਜੋ ਪਾਵਨ ਸ਼ਲੋਕਾਂ ਦਾ ਉਚਾਰਨ ਕੀਤਾ ਜਿਨ੍ਹਾਂ ਦੀ ਅਸੀਂ ਵਿਚਾਰ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਹਾਂ। ਅੱਜ ਦੇ ਦੀਵਾਨਾਂ ਦੇ ਅੰਦਰ ਆਪਾਂ ਨੇ 32 ਨੰਬਰ ਸ਼ਲੋਕ ਦੀ ਵਿਚਾਰ ਕਰਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੀ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਬੜੇ ਪਿਆਰ ਦੇ ਨਾਲ ਸਮਝਣ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਓ, ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सतनाम सुख में बहु संगी भये, दुख में संग न कोई। ਗੁਰੂ ਜੇ ਆਪਾਂ ਧਿਆਨ ਦੇ ਇਸ ਪਾਵਨ ਸ਼ਲੋਕ ਨੂੰ ਸਰਵਣ ਕਰੀਏ ਤੇ ਇਹਦੇ ਅਰਥ ਕਰਨ ਦੀ ਕੋਈ ਗੱਲ ਨਹੀਂ ਬਚਦੀ ਹੈ। ਸਿੱਧੇ ਮਹਾਰਾਜ ਕਹਿ ਰਹੇ ਹੈ ਕਿ ਸੁਖ ਦੇ ਸਮੇਂ ਬਹੁਤ ਸੰਗੀ ਬਣ ਜਾਂਦੇ ਹੈ, ਮਿੱਤਰ ਰਿਸ਼ਤੇਦਾਰ ਢੁੱਕ ਢੁੱਕ ਬਹਿੰਦੇ ਹੈ, ਪਰ ਜਦੋਂ ਕਿਤੇ ਕੋਈ ਦੁੱਖ ਦਾ ਸਮਾਂ ਹੁੰਦਾ ਫਿਰ ਦੁੱਖ ਮੈਂ ਸੰਗ ਨਾ ਕੋਈ ਨਹੀਂ ਜੇ ਖੜਦਾ ਦੁੱਖ ਦੇ ਸਮੇਂ ਕਿਸੇ ਦੇ ਨਾਲ ਨਹੀਂ। ਇਹਦੇ ਸਿੱਧੇ ਅਰਥ ਇਹ ਹੀ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦੇਸ ਘੇਰਾ। ਸੁਖ ਦਾ ਸਮਾਂ ਉਹਨੇ ਘੇਰਾ ਪਾ ਕੇ ਲੋਕ ਬੈਠੇ ਰਹਿੰਦੇ ਆ, ਉਹ ਘੇਰ ਕੇ ਰੱਖਦੇ ਆ। ਸੁਖ ਦਾ ਸਮਾਂ ਚਾਲ ਪਈ ਹੈ ਨਾ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰਾ। ਬੇਪੁੱਤ ਪਤੀ ਸਭ ਹੀ ਸਾਵੀ ਸਾਟਤ ਕੋ ਨਾ ਆਵਤ ਨੇੜੇ। ਮਹਾਰਾਜ ਕਹਿੰਦੇ ਨੇੜੇ ਵੀ ਕੋਈ ਨਹੀਂ ਜਾਊਗਾ,
ਜਿਹੜੇ ਸੁੱਖਾਂ ਵੇਲੇ ਢੁੱਕ ਢੁੱਕ ਬੈਠੇ ਹੈ, ਦੁੱਖ ਵੇਲੇ ਕੋਈ ਨੇੜੇ ਨਹੀਂ ਖੜਦਾ। ਉਹ ਭਾਵੇਂ ਆਪਣਿਆਂ ਦੀ ਗੱਲ ਕਰੂ, ਭਾਵੇਂ ਰਿਸ਼ਤੇਦਾਰਾਂ ਦੀ ਗੱਲ ਕਰੂ। ਅੱਜ ਸਰੀਰ 'ਚ ਸੱਤਿਆ 4 ਰੁਪਈਏ ਜੇਬ 'ਚ ਨੇ, ਤੁਹਾਡਾ ਪਰਿਵਾਰ ਵੀ ਸਤਿਕਾਰ ਕਰੇਗਾ, ਰਿਸ਼ਤੇਦਾਰ ਵੀ ਸਤਿਕਾਰ ਕਰਨਗੇ, ਲੰਘਦੇ ਟੱਪਦੇ ਤੁਹਾਨੂੰ ਮਿਲ ਕੇ ਜ਼ਰੂਰ ਜਾਣਗੇ, ਭਾਵੇਂ ਉਹਨਾਂ ਨੂੰ 10-20 ਕਿਲੋਮੀਟਰ ਦਾ ਬੜਾ ਵੀ ਕਰਾਉਣਾ ਪੈਂਦਾ ਹੋਵੇ। ਉਹ ਸਮਾਂ ਕੱਢਣਗੇ, ਕਿਸੇ ਨਾ ਕਿਸੇ ਆਨੇ ਬਹਾਨੇ ਤੁਹਾਡੇ ਕੋਲ ਆਉਣਗੇ ਜ਼ਰੂਰ। ਤੇ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਹੈ, ਜਾਂ ਤੁਸੀਂ ਕਿਸੇ ਵਿਪਤਾ 'ਚ ਪਏ ਹੋਏ ਹੋ, ਤੇ ਪਿੰਡ ਵਿੱਚੋਂ ਲੰਘਦੇ ਵੀ ਤੁਹਾਡੇ ਘਰੇ ਗੇੜਾ ਨਹੀਂ ਮਾਰਨਗੇ ਕਿ ਸਾਡੇ ਕੋਲ ਟਾਈਮ ਨਹੀਂ ਹੈ। ਇਹਦੇ ਵੈਸੇ ਦੋ ਅਰਥ ਨੇ, ਇੱਕ ਤੇ ਸਿੱਧੇ ਅਰਥ ਤੇ ਦੁਨਿਆਵੀ ਤੌਰ ਤੇ ਇਹ ਹੀ ਹੈ ਕਿ ਜਦੋਂ 4 ਰੁਪਈਏ ਬੰਦੇ ਕੋਲ ਹੋਣ ਉਦੋਂ ਸਾਰੇ ਵੇਲੀ ਹੈ, ਜਦੋਂ ਨਹੀਂ ਕੋਈ ਦੁੱਖ ਦਾ ਸਮਾਂ ਆ ਗਿਆ ਤਾਂ ਸਾਰੇ ਭੱਜ ਜਾਂਦੇ। ਅਸਲ ਦੇ ਅੰਦਰ ਜੇ ਆਤਮਕ ਅਰਥ ਕਰੀਏ ਨਾ ਪਾਇਆ ਦੇ, ਇੱਥੇ ਮਿੱਤਰ ਜਿਹੜੇ ਸੁੱਖ ਮੈਂ ਬਹੁਤ ਸੰਗੀ ਪਏ, ਸੁੱਖ ਦਾ ਸਮਾਂ ਸੀ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਾਵੀ ਹੁੰਦੇ ਨੇ ਬੰਦੇ ਦੇ ਉੱਪਰ। ਜਿਹਦੀ ਜੇਬ 'ਚ 4 ਰੁਪਈਏ ਨੇ ਨਾ, ਮਾਫ ਕਰਨਾ ਦਾਸ, ਸਾਰਿਆਂ ਦੀ ਗੱਲ ਕਦੇ ਵੀ ਨਹੀਂ ਹੁੰਦੀ ਹੈ, ਉਹ ਬੰਦਾ ਬਹੁਤ ਹੰਕਾਰੀ ਹੁੰਦੇ ਆ ਜਿਹਦੀ ਜੇਬ 'ਚ 4 ਰੁਪਈਏ ਹੋਣ। ਬਹੁਤ ਕੁਝ ਹੋਵੇ, ਉਹ ਸੰਗ ਕੀਤਾ ਫਿਰ ਮੁਕਾਲਾ ਨਹੀਂ ਉਹਦਾ। ਸੁੱਖ ਮੈਂ ਬਹੁਤ ਸੰਗੀ ਪਏ, ਇੱਧਰ ਹੀ ਉਹ ਵਕਾਰ ਜਿਹੜੇ ਆ ਜਾਂਦੇ ਆ ਪਾਸਿਓਂ, ਸੰਗੀ ਬਣ ਜਾਂਦੇ। ਦੁੱਖ ਮੈਂ ਸੰਗਦਾ, ਜਿੱਦਣ ਦੁੱਖ ਹੈ ਫਿਰ ਕੋਈ ਰਸ ਨਹੀਂ ਹੈ, ਕੋਈ ਕੁਝ ਨਹੀਂ ਹੈ, ਫਿਰ ਉਹ ਵੀ ਭੱਜ ਜਾਂਦੇ, ਉਹ ਵੀ ਨਾਲ ਨਹੀਂ ਖੜਦੇ ਸਾਡੇ। ਜੇ ਆਪਾਂ ਇਹਦੇ ਅਰਥ ਕਰੀਏ ਵੀ ਜੇ ਮੰਨ ਲਓ ਸਰੀਰਕ ਤੌਰ ਤੇ ਬੱਚਾ ਇੱਕ ਨਿੱਕਾ ਜੋ ਅੱਗ 'ਚ ਪੈਣ ਲੱਗਦਾ ਤੇ ਮਾਂ ਬਚਾ ਲੈਂਦੀ ਹੈ, ਉਹ ਸਹਾਇਤਾ ਕਰ ਦਿੰਦੀ ਹੈ ਵੀ ਮੇਰਾ ਬੱਚਾ ਹੈ, ਜੋ ਬੱਚਾ ਨੂੰ ਦਿੱਤੇ ਉਹਨੂੰ ਬਚਾਉਣਾ। ਤੇ ਜੇ ਕਿਤੇ ਤ੍ਰਿਸ਼ਨਾ ਦੀ ਅੱਗ 'ਚੋਂ ਡਿੱਗ ਰਿਹਾ ਹੋਵੇ ਬੰਦਾ, ਫਿਰ ਮਾਂ ਉੱਥੇ ਕੋਈ ਮਦਦ ਨਹੀਂ ਕਰ ਸਕਦੀ। ਉੱਥੇ ਮਾਂ ਦਾ ਕੋਈ ਅਸਲ ਦੇ ਅੰਦਰ ਇਹਦੇ ਅਰਥ ਇਹ ਨੇ, ਦੁਨਿਆਵੀ ਤੌਰ ਤੇ ਹੋ ਸਕਦਾ ਸਾਡੀ ਕੋਈ ਮਦਦ ਕਰਦੇ, ਪਰ ਜਦੋਂ ਆਤਮਿਕ ਤੌਰ ਤੇ ਗੱਲ ਆਉਂਦੀ ਨਾ, ਅਸੀਂ ਆਤਮਿਕ ਤੌਰ ਤੇ ਡਿੱਗਣ ਲੱਗਦੇ, ਕੋਈ ਭੈਣ ਭਰਾ ਉਦੋਂ ਸਾਡਾ ਸਾਥੀ ਨਹੀਂ ਜਵਾਉਂਦਾ, ਕੋਈ ਸਾਡੀ ਉਦੋਂ ਮਦਦ ਨਹੀਂ ਕਰ ਸਕਦਾ। ਦੁਨਿਆਵੀ ਤੌਰ ਤੇ ਵੀ ਇਹਦੇ ਅਰਥ ਜਿਹੜੇ ਨੇ ਉਹ ਕਲੀਅਰ ਹੈ ਵੀ ਸੁੱਖ ਵੇਲੇ ਸਾਡੇ ਮਹਾਰਾਜ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਬਦ ਹੈ, ਕਹਿੰਦੇ ਜੱਗ 'ਚ ਕੋਈ ਕਿਸੇ ਦਾ ਮਿੱਤਰ ਨਹੀਂ ਹੈ। ਦਾਸ ਨੇ ਬਹੁਤ ਵਾਰੀ ਵਿਚਾਰ ਕੀਤੀ, ਗੱਲੀ ਸੋ ਸੱਜਣ ਵੀ। ਅੱਜ ਤੁਹਾਡੇ ਕੋਲ ਕੁਝ ਹੈ ਨਾ, ਤੇ ਹੁਣ ਮੰਨ ਲਓ ਨਵਾਂ ਕੋਈ ਮੰਤਰੀ MLA ਬਣਦਾ ਹੈ, ਜਿਹਦੀ ਕੋਈ ਵੀ ਰਿਸ਼ਤੇਦਾਰੀ ਨੂੰ ਵੀ ਕੱਢ ਲੈਂਦਾ, ਕਹਿੰਦਾ ਮੇਰੇ ਅਪਰਾ ਬੰਦਾ ਕਿਉਂ ਹੀ ਸੀ ਜਿਹੜਾ ਪਹਿਲਾਂ ਵੀ ਰਿਹਾ, ਉਦੋਂ ਕੋਈ ਰਿਸ਼ਤੇਦਾਰੀ ਨਹੀਂ ਸੀ, ਰਿਸ਼ਤੇਦਾਰੀਆਂ ਵਿੱਚ ਜੁੜ ਗਿਆ। ਪਹਿਲਾਂ ਤੇ ਬੱਚੇ ਵਿਦੇਸ਼ਾਂ 'ਚ ਗਏ ਹੋਏ ਨੇ, ਫੋਨ ਵੀ ਨਹੀਂ ਕਰਦੇ, ਤੇ ਜਿੱਦਣ ਕੋਈ ਪਦਵੀ ਮਿਲ ਗਈ ਉਹ ਵੀ ਆਣ ਕੇ ਖੜ ਜਾਂਦੇ ਨਾਲ, ਵੀ ਹੁਣ ਭਾਈ ਕੋਈ ਹੁਣ ਤੇ ਪਦਵੀ ਮਿਲ ਗਈ ਹੁਣ ਉਹ ਵੀ ਬਾਹਰੋਂ ਆ ਜਾਂਦੇ ਆ। ਪਿਓ ਤੇ ਪਹਿਲਾਂ ਵੀ ਉਹੀ ਸੀ, ਪਹਿਲਾਂ ਵੀ ਉਹਨੇ ਮਿਲਣ ਆਉਂਦੇ, ਪਹਿਲਾਂ ਤੇ ਉਹ ਰੋਂਦਾ ਰਿਹਾ ਵੀ 50 ਬੰਦਿਆਂ ਨੂੰ ਹੱਥ ਮਿਲਾ ਕੇ ਮੈਂ ਸ਼ਾਮ ਨੂੰ ਇੱਕ ਰੂਮ 'ਚ ਇਕੱਲਾ ਹੁੰਦਾ ਹੈ, ਮੇਰੇ ਬੱਚੇ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰਨਗੇ। ਜਿੱਦਣ ਪਦਵੀ ਤੇ ਬੈਠਣ ਲੱਗਦੇ ਨੇ ਬੱਚੇ ਵੀ ਵਿਦੇਸ਼ਾਂ ਤੋਂ ਆ ਜਾਂਦੇ ਆ। ਬਾਪ ਦੇ ਪਹਿਲਾਂ ਵੀ ਉਹਨਾਂ ਬੱਚਿਆਂ ਦਾ ਇਹੀ ਹੋ। ਕਹਿਣ ਦਾ ਭਾਵ ਹੈ ਵਿਪਤ ਪਰੀ ਸਭ ਹੀ ਸੰਗ ਛਾੜਤ। ਮਹਾਰਾਜ ਕਹਿੰਦੇ ਇਹ ਜਗ ਮੀਤ ਨੇ, ਇਹਦਾ ਮਤਲਬ ਕਿਤੇ ਨਾ ਕਿਤੇ ਪਰਿਵਾਰ ਵੀ ਸਾਡੀਆਂ ਪਦਵੀਆਂ ਕਰਕੇ, ਸਾਡੇ ਰੁਪਈਆਂ ਕਰਕੇ ਸਾਡੇ ਨਾਲ ਜੁੜਿਆ। ਅੱਜ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ। ਅੱਜ ਪਰਿਵਾਰ ਸਾਡੇ ਨਾਲ, ਮੈਂ ਨਹੀਂ ਕਰ ਰਿਹਾ, ਪਰਿਵਾਰ ਪਿਆਰ ਨਹੀਂ ਕਰਦਾ ਕੁਝ ਵੀ। ਅੱਜ ਮੈਨੂੰ ਵੀ ਹੈ ਵੀ ਮੇਰੇ ਮਾਂ ਪਿਓ ਮੇਰੇ ਨਾਲ ਬੜਾ ਪਿਆਰ, ਬੱਚੇ ਬੜਾ ਪਿਆਰ ਕਰਦੇ, ਰਿਸ਼ਤੇਦਾਰ ਬੜਾ ਪਿਆਰ ਕਰਦੇ, ਇਹ ਨਹੀਂ ਵੀ ਮੇਰੇ ਨਾਲ ਨਹੀਂ ਕਰਦੇ, ਆਪ ਜੀ ਨਾਲ ਵੀ ਕਰਦੇ ਆ। ਅੱਜ ਸਾਨੂੰ ਇਸ ਗੱਲ ਦੀ ਸਮਝ ਆਉਣੀ ਵੀ ਕੋਈ ਨਹੀਂ ਹੈ। ਅਸਲ ਦੇ ਅੰਦਰ ਨਾ ਮਿੱਤਰ ਤੇ ਰਿਸ਼ਤੇਦਾਰ ਪਰਖੇ ਹੀ ਉਦਣ ਜਾਂਦੇ ਜਿੱਦਣ ਬੰਦੇ ਤੇ ਵਿਪਤਾ ਪੈਂਦੀ ਹੈ, ਕੌਣ ਫਿਰ ਸਾਥ ਖੜਦਾ। ਉਹ ਕਈ ਵਾਰੀ ਬਲੱਡ ਵਾਲੇ ਤੇ ਬੜੇ ਦੂਰ ਨਿਕਲ ਜਾਂਦੇ, ਕਹਿੰਦੇ ਨਾ ਜੀ ਨਾ ਸਾਡੇ ਕੋਈ ਨਹੀਂ। ਉਹ ਫਿਰ ਕਿਤੇ ਨਾ ਕਿਤੇ ਕੋਈ ਢੋਲ ਰੱਬ ਫਿਰ ਘੁੰਮਾਉਂਦਾ ਵੀ ਹੈ, ਫਿਰ ਪਤਾ ਲੱਗਦਾ ਵੀ ਅਸਲੀ ਮਿੱਤਰ ਉਹ ਸੀ ਜਿਹਨਾਂ ਨੂੰ ਸਮਝਦਾ ਸਾਂ, ਉਹ ਨਹੀਂ ਜਿਹਦੀ ਕਦੇ ਬਹੁਤੀ ਮੈਂ ਪਰਵਾਹ ਨਹੀਂ ਕੀਤੀ। ਕੰਮ ਤੇ ਮੇਰੇ ਉਹੀ ਆਇਆ ਹੈ, ਕੰਮ ਤੇ ਮੇਰੇ ਉਹੀ ਆਇਆ। ਫਿਰ ਬੰਦੇ ਨੂੰ ਸੋਝੀ ਆਉਂਦੀ ਹੈ, ਫਿਰ ਸਮਝ ਪੈਂਦੀ।
ਮਹਾਰਾਜ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ। ਕਹਿੰਦੇ ਸਾਰਾ ਸੰਸਾਰ ਇੱਕ ਦੂਸਰੇ ਨਾਲ ਆਪਣੇ ਸੁੱਖਾਂ ਕਰਕੇ ਜੁੜਿਆ। ਦੁੱਖ ਮੈਂ ਸੰਗ ਨਾ ਹੋਈ, ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਮਹਾਰਾਜ ਕਹਿੰਦੇ ਸੁੱਖ ਵੇਲੇ ਬਹੁਤ ਸੰਗੀ ਬਣ ਜਾਂਦੇ ਨੇ। ਜਿੰਨੇ ਨੂੰ ਮਰਜ਼ੀ ਚੰਡੀਗੜ੍ਹ ਚੜ੍ਹਾ ਕੇ ਲੈ ਜਾਓ ਗੱਡੀ 'ਚ, ਜੇ ਤੁਹਾਡੇ ਕੋਲ ਕੁਝ ਹੈ, ਤੇ ਜਿੱਦਣ ਤੁਸੀਂ ਇਲਾਜ ਕਰਾਉਣ ਗਏ PGI, ਉਦੋਂ ਤੁਹਾਡੇ ਨਾਲ ਇੱਕ ਨੇ ਨਹੀਂ ਤੁਰਨਾ। ਅੱਜ ਜਿੰਨਾਂ ਨੂੰ ਮਰਜ਼ੀ ਚੜ੍ਹਾ ਕੇ 10 ਦਿਨ ਰੱਖ ਲਓ ਉੱਥੇ, ਹੌਸਪੀਟਲ ਨਹੀਂ ਜੇ ਤੁਹਾਡੀ ਰਾਤ ਇੱਕ ਕਿਸੇ ਨੇ ਕੱਟਣੀ। ਦੁੱਖ ਮੈਂ ਸੰਗ ਨਾ ਕੋਈ, ਦੁੱਖ ਵੇਲੇ ਕੋਈ ਨਹੀਂ ਜੇ ਖੜਦਾ। ਮਹਾਰਾਜ ਕਹਿੰਦੇ ਕੋਈ ਕਿਸੇ ਦਾ ਮਿੱਤਰ ਨਹੀਂ ਇੱਥੇ, ਸੂਲ ਇੱਕ ਦੂਸਰੇ ਨਾਲ ਲੋੜਾ ਕਰਕੇ ਜੁੜੇ, ਸੁੱਖ ਕਰਕੇ ਜੁੜੇ ਆ। ਧੀ ਵੀ ਪੇਕੇ ਕਰ ਜਾਦੇ ਗੇੜੇ ਤਾਂ ਮਾਰਦੀ ਜੇ ਮਾਂ ਪਿਓ ਕੁਝ ਦਿੰਦਾ, ਜੇ ਦਿੰਦਾ ਕੁਝ ਨਹੀਂ ਕਹਿੰਦੀ ਉੱਥੇ ਕੀ ਲੈਣ ਜਾਣਾ, ਲੈਣ ਦੇਣ ਤੇ ਹੀ ਖੜੀਆਂ ਰਿਸ਼ਤੇਦਾਰੀਆਂ। ਜਿੱਥੋਂ ਕਿਤੇ ਕੁਝ ਮਿਲਦਾ ਸੰਬੰਧ ਵੀ ਉੱਥੇ ਹੀ ਕਾਇਮ ਕਰਦੇ ਆ ਅਸੀਂ। ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਏ। ਮਹਾਰਾਜ ਕਹਿੰਦੇ ਦਾਰਾ ਮੀਤ, ਦਾਰਾ ਘਰ ਵਾਲੀ ਨੂੰ ਕਹਿੰਦੇ ਆ, ਮੀਤ ਮਿੱਤਰ, ਇਹਦੇ ਅਰਥ ਕਰਨ ਦੀ ਬਹੁਤੀ ਲੋੜ ਨਹੀਂ। ਦਾਰਾ ਮੀਤ ਪੂਤ ਸਣਬੰਦੀ, ਚਾਰ ਰਿਸ਼ਤੇਦਾਰੀਆਂ ਮਹਾਰਾਜ ਨੇ ਗਿਣੀਆਂ, ਘਰ ਵਾਲੀ, ਮਿੱਤਰ, ਰਿਸ਼ਤੇਦਾਰ ਤੇ ਪੁੱਤਰ। ਮਹਾਰਾਜ ਨੇ ਅਗਲੇ ਬਚਨ ਪਤਾ ਕੀ ਕਹੇ, ਸਗਲੇ ਧਨ ਸਿਉ ਲਾਗੇ, ਸਾਰੇ ਧਨ ਕਰਕੇ ਸਾਡੇ ਨਾਲ ਜੁੜੇ ਆ। ਘਰ ਵਾਲੀ, ਪੁੱਤਰ, ਮਿੱਤਰ ਤੇ ਰਿਸ਼ਤੇਦਾਰ, ਸਗਲੇ ਧਨ ਸਿਉ ਲਾਗੇ। ਜਬ ਹੀ ਨਿਰ ਧਨ ਦੇਖਿਓ ਨਰਕ, ਜਦੋਂ ਜਿਹੜੇ ਜੁੜੇ ਸਨ, ਜਦੋਂ ਇਹਨਾਂ ਨੇ ਵੇਖਿਆ ਹੁਣ ਇਹਦੇ ਕੋਲ ਕੁਛ ਨਹੀਂ ਰਿਹਾ, ਤੇ ਮਹਾਰਾਜ ਨੇ ਫਿਰ ਕਿਹਾ ਸੰਗ ਛਾੜ ਸਭ ਭਾਗੇ, ਭੱਜ ਗਏ ਸੰਗ ਛੱਡ ਕੇ। ਸੁੱਖ ਵੇਲੇ ਸਾਰੇ ਆਉਂਦੇ ਸਨ, ਤੇ ਕੋਈ ਪਤਾ ਲੈਣ ਗਿਆ, ਬਿਮਾਰ ਹੋ ਗਿਆ ਬੰਦਾ, ਕਹਿੰਦੇ ਵੀ ਹੁਣ ਉਹ ਨਹੀਂ ਆਏ ਕਦੀ, ਕਹਿੰਦੇ ਜੀ ਨਹੀਂ ਅੱਗੇ ਤੇ ਬੜੇ ਆਉਂਦੇ ਸੀ, ਹੁਣ ਤੇ ਨਾ ਗੇੜਾ ਵੀ ਨਹੀਂ ਮਾਰਿਆ। ਉਹਨਾਂ ਨੂੰ ਪਤਾ ਇਹਦੀ ਜੇਬ ਵਿੱਚ ਹੁਣ ਪੈਸੇ ਨਹੀਂ, ਹੈਗਾ ਵੀ ਬਿਮਾਰ ਹੈ, ਮੰਗੇਗਾ ਜੇ ਕੁਝ ਗਏ ਇਹਨੇ ਮੰਗ ਲੈਣਾ ਕੁਝ ਨਾ ਕੁਝ, ਫਿਰ ਜਵਾਬ ਵੀ ਦੇਣ ਜੋਗੇ ਨਹੀਂ, ਇਹਦੇ ਨਾਲੋਂ ਵੀ ਜਾਈਏ ਹੀ ਨਾ। ਜਿਹੜੇ ਰੋਜ਼ ਆਣ ਕੇ ਕੁਰਸੀਆਂ ਤੇ ਬਹਿੰਦੇ ਨੇ, ਫਿਰ ਹੌਸਪੀਟਲ ਪਤਾ ਲੈਣ ਨਹੀਂ ਕੇ ਜਾਂਦੇ, ਉਹਨਾਂ ਕੋਲ ਫਿਰ ਟਾਈਮ ਹੀ ਨਹੀਂ ਬਚਦਾ। ਮਹਾਰਾਜ ਨੇ ਬਚਨ ਕਹੇ ਜਬ ਹੀ ਨਿਰਤਨ, ਇਹ ਸੱਚ ਹੈ ਜੋ ਗੁਰੂ ਸਾਹਿਬ ਨੇ ਲਿਖਿਆ। ਅੱਜ ਸਾਨੂੰ ਸ਼ਾਇਦ ਸਮਝ ਨਾ ਲੱਗੇ ਇਸ ਗੱਲ ਦੀ, ਅੱਜ ਪਰਿਵਾਰ ਦੇ ਬੋਝ ਹੈ, ਸਮਝ ਆਏਗੀ ਇਸ ਇੱਕ ਦਿਨ, ਇਸ ਗੱਲ ਦੀ ਸਮਝ ਆਏਗੀ ਜ਼ਰੂਰ, ਸਾਰਿਆਂ ਨੂੰ ਸਾਨੂੰ ਆਏਗੀ। ਦਾਸ ਨੇ ਕਈ ਵਾਰੀ ਕਿਹਾ ਵੀ ਹੁਣ ਮਿੱਤਰ ਨੇ ਜਪ ਨਹੀਂ ਸਕਦੇ, ਪਰਿਵਾਰ ਕਰਕੇ ਭੱਜ ਦੌੜ, ਪੈਸੇ ਕਮਾਓ ਜੀ ਪੈਸੇ ਕਮਾਓ। ਜਿੱਦਣ ਸਰੀਰ ਨਾ ਰਿਹਾ, ਆਤਮਾ ਨੂੰ ਸਜ਼ਾ ਮਿਲ ਲੱਗੀ, ਇਹੀ ਪਰਿਵਾਰ ਜਪ ਲੱਗਣਾ ਉਸ ਦਿਨ। ਕਹਿੰਦੇ ਇੰਨਾ ਕਰਕੇ ਨਹੀਂ ਜਪਿਆ, ਇੰਨਾ ਨੂੰ ਸੁੱਖ ਦੇਣ ਹੀ ਲੱਗਾ ਰਿਹਾ ਜਿਨ੍ਹਾਂ ਨੇ ਅੱਜ ਸਾਥ ਹੀ ਨਹੀਂ ਦਿੱਤਾ। ਫਿਰ ਹੁਣ ਪਛਤਾਇਆ ਵੀ ਕੁਝ ਨਹੀਂ ਬਣਨਾ, ਫਿਰ ਤੋਂ ਉੱਥੇ ਜਪਿਆ ਵੀ ਨਹੀਂ ਜਾਣਾ। ਮਹਾਰਾਜ ਕਹਿੰਦੇ ਹੈ ਸਹੂਲਤਾਂ ਕਰਕੇ ਜੁੜੇ ਆ। ਚਲੋ ਇਹ ਤੇ ਇਤਿਹਾਸ ਹੈਗਾ, ਇਹ ਤੇ ਸਾਡੀ ਗੱਲ ਹੈ। ਉਹ ਦੱਸਦਾ ਸ਼ਹੀਦੀ ਦਿਹਾੜਿਆਂ 'ਚ ਦੋ ਛੋਟਾ ਛੋਟਾ ਇਤਿਹਾਸ ਆਪ ਜੀ ਨਾਲ ਦੋ ਪਿੰਡਾਂ ਦਾ ਸਾਂਝਾ ਕੀਤਾ ਸੀ, ਮੈਂ ਫਿਰ ਇੱਥੇ ਸਾਂਝਾ ਕਰਾਂਗਾ। ਇੱਥੇ ਤੇ ਲੋਕ ਗੁਰੂ ਸਾਹਿਬ ਦਾ ਵੀ ਸਾਥ ਛੱਡ ਗਏ, ਦੁਨਿਆਵੀ ਤੇ ਮਿੱਤਰ ਦਾ ਛੱਡ ਹੀ ਜਾਂਦਾ ਹੈ। ਮਹਾਰਾਜ ਚਮਕੌਰ ਦੀ ਗੜੀ 'ਚੋਂ ਨਿਕਲਦੇ ਹੈ, ਆਪਣੇ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲ ਦੀ ਕੱਪੜਾ ਵੀ ਨਹੀਂ ਪਾਉਂਦੇ ਮਹਾਰਾਜ, ਦੋ ਗਜ਼ ਸਾਹਮਣੇ ਇੱਕ ਬਹਿਲੋਲ ਪਿੰਡ ਆਉਂਦਾ ਹੈ। ਮਹਾਰਾਜ ਉਦੋਂ ਚਮਕੌਰ ਦੀ ਗੜੀ 'ਚੋਂ ਨਿਕਲੇ। ਇਤਿਹਾਸ ਦਾਸ ਨੇ ਲੜੀਵਾਰ ਸੁਣਾਇਆ ਹੈ ਇਸ ਸਥਾਨ ਤੋਂ। ਉੱਥੇ ਇੱਕ ਘਟਨਾ ਆਈ ਸੀ ਵੀ ਉਹ ਮਹਾਰਾਜ ਦਾ ਨਾ ਮਹਾਰਾਜ ਬਹਿਲੋਲ ਪਿੰਡ ਦੀ ਜੂਹ 'ਚ ਗਏ, ਰਾਤ ਸੀ, ਹਨੇਰਾ ਸੀ, ਮਹਾਰਾਜ ਨੂੰ ਪਤਾ ਨਹੀਂ ਲੱਗਾ। ਇੱਕ ਤਾਂ ਹੁੰਦਾ ਚਲੋ ਕਈ ਵਾਰੀ ਚਾਨਣੀ ਰਾਤ ਹੋਵੇ, ਚੰਦਰਮਾ ਦੀ ਰੌਸ਼ਨੀ 'ਚ ਕੁਝ ਨਾ ਕੁਝ ਦਿਸਦਾ ਹੈ, ਪਰ ਉਦੋਂ ਬੱਦਲਵਾਈ ਹੋਵੇ ਤਾਂ ਦਿਨੇ ਵੀ ਕਈ ਵਾਰੀ ਹਨੇਰਾ ਹੋ ਜਾਂਦਾ ਹੈ। ਬੱਦਲਵਾਈ ਮਹਾਰਾਜ ਨੂੰ ਦਿਸਿਆ। ਉਹ ਜਦੋਂ ਮਹਾਰਾਜ ਬਹਿਲੋਲ ਪਿੰਡ ਦੇ ਨੇੜੇ ਗਏ, ਇੱਕ ਪੰਡਿਤ ਇਸ਼ਨਾਨ ਕਰਨ ਤੁਰਿਆ ਜਾਂਦਾ ਨਦੀ 'ਤੇ। ਉਹ ਮਹਾਰਾਜ ਨੂੰ ਮਿਲਿਆ, ਮਹਾਰਾਜ ਨੇ ਪੁੱਛ ਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕੁਝ ਵੀ ਨਹੀਂ, ਪੈਰਾਂ 'ਚ ਜੋੜਾ ਨਹੀਂ, ਘੋੜਾ ਨਹੀਂ, ਬਾਜ ਨਹੀਂ, ਤਾਜ ਨਹੀਂ, ਕੋਈ ਸਿੱਖ ਨਹੀਂ, ਮਹਾਰਾਜ ਇਕੱਲੇ। ਉਹ ਪੰਡਿਤ ਜੀ ਨੂੰ ਪੁੱਛ ਲਿਆ, ਰਾਮ ਕਹਿਣ ਵਾਲੇ ਵੀ ਆ ਕਿੱਥੇ ਕਿ ਭਲਾ ਸੀ ਪਹੁੰਚੇ ਹੈ, ਕਿਹੜਾ? ਉਹਨੂੰ ਨਹੀਂ ਸੀ ਪਤਾ ਵੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ, ਪੰਡਿਤ ਨੂੰ ਨਹੀਂ ਪਤਾ ਹੈ। ਰਾਤ ਦਾ ਹਨੇਰਾ ਹੈ, ਔਰ ਸਿੱਖਾਂ ਦਾ ਸਰੂਪ ਸਾਰਾ ਇੱਕੋ ਜਿਹਾ ਹੁੰਦਾ ਹੈ। ਉਹ ਜਿਵੇਂ ਦਿੱਲੀ ਮੋਰਚੇ ਦੇ ਸਿੰਘਾਂ ਨੂੰ ਤੇ ਲੰਗਰ ਲਾਏ, ਤੇ ਜਦੋਂ ਵਾਪਸ ਮੋਰਚਾ ਚੁੱਕਿਆ, ਉਹ ਰੋ ਪਏ ਦਿੱਲੀ ਵਾਲੇ। ਉਹ ਕਹਿੰਦੇ ਤੁਹਾਨੂੰ ਕਿਹਨੇ ਤੁਹਾਡੀ ਮਦਦ ਕੀਤੀ? ਉਹ ਕਹਿੰਦੇ ਜੀ ਇੱਕੋ ਜਿਹੇ ਦਿਸਦੇ ਨੇ ਸਾਨੂੰ ਸਾਰੇ।
ਸਿੰਘ ਇੱਕੋ ਜਿਹੇ, ਬਾਣਾ ਇੱਕੋ ਜਿਹਾ, ਦਸਤਾਰਾਂ ਇੱਕੋ ਜਿਹੀਆਂ, ਸਾਰੇ ਫਿਰ ਇੱਕੋ ਜਿਹੇ ਹੋ ਜਾਂਦੇ ਆ। ਉਹ ਫਿਰ ਬਹੁਤਿਆਂ ਨੂੰ ਪਤਾ ਨਹੀਂ। ਉਹ ਰਾਮ ਰਾਮ ਕਹਿਣ ਵਾਲਾ ਪੰਡਿਤ ਕਹਿੰਦਾ ਜੀ ਬਹਿਲੋਲ ਪਿੰਡ ਦੀ ਜੂਹ 'ਚ ਹੋ ਤੁਸੀਂ। ਮਹਾਰਾਜ ਨੂੰ ਯਾਦ ਆਇਆ ਵੀ ਇੱਥੇ ਇੱਕ ਸਾਡਾ ਮਸੰਦ, ਉਹਦਾ ਨਾਮ ਸੀ ਪੂਰਨ ਮਸੰਦ। ਮਹਾਰਾਜ ਨੇ ਮਸੰਦ ਥਾਪੇ, ਸਾਨੂੰ ਵਿਰਾਈ ਕਰਕੇ ਲਿਆਏ ਹਨ। ਮਹਾਰਾਜ ਕਹਿੰਦੇ ਚਲੋ ਇਹਦੀ ਮਦਦ ਲੈਂਦੇ ਵੀ ਇਕੱਲੇ ਸਾਨੂੰ ਗੁਰੂ ਸਾਹਿਬ ਜੀ। ਉਹ ਪੰਡਿਤ ਨੂੰ ਕਹਿੰਦੇ ਵੀ ਸਾਨੂੰ ਇੱਥੇ ਇੱਕ ਪੂਰਨ ਮਸੰਦ ਰਹਿੰਦਾ ਗੁਰੂ ਘਰ ਨਾਲ ਜੁੜਿਆ, ਉਹਦਾ ਘਰ ਜਾਣਦੇ ਹੋ? ਕਹਿੰਦਾ ਹਾਂ ਮੈਂ ਉੱਥੋਂ ਦੀ ਲੰਘਣਾ ਜੀ, ਤੁਹਾਨੂੰ ਦੱਸ ਦੇਣਾ। ਉਹ ਜਦੋਂ ਪੂਰਨ ਮਸੰਦ ਦੇ ਦਰਵਾਜ਼ੇ 'ਤੇ ਗਏ, ਪੰਡਿਤ ਜੀ ਨੇ ਆਵਾਜ਼ ਮਾਰੀ। ਉਹ ਕਹਿੰਦੇ ਪੂਰਨ ਸਿਆ ਤੈਨੂੰ ਕੋਈ ਸਿੱਖ ਮਿਲਣਾ ਹੈ। ਉਹਨੂੰ ਨਹੀਂ ਸੀ ਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਖ ਮਿਲਣਾ ਹੈ। ਉਹ ਆਵਾਜ਼ ਮਾਰੀ, ਉੱਥੇ ਇੱਕ ਜਿਉਣਾ ਸੀਰੀ ਸੀ ਉਹਦਾ, ਜਿਉਣਾ ਸਿੰਘ। ਚਲੋ ਆਪਾਂ ਕਹਿੰਦੇ ਵੈਸੇ ਨਾਂ ਜਿਉਣਾ ਹੀ ਆਇਆ ਇਤਿਹਾਸ। ਉਹ ਪਸ਼ੂਆਂ ਵਾਲਾ ਵਾੜਾ ਸੀ ਤੇ ਉਹ ਮੰਜੀ ਡਾਹ ਕੇ ਉੱਥੇ ਹੀ ਸੁੱਤਾ ਹੈ ਵੀ ਪੂਰਨ ਮਸੰਦ ਦਾ ਨੌਕਰ ਹੈ, ਸੀਰੀ ਹੈ। ਉਹਨੇ ਬਾਹਰੋਂ ਆਵਾਜ਼ ਸੁਣੀ ਵੀ ਕਿਸੇ ਦੀ ਆਵਾਜ਼। ਉਹਨੇ ਦਰਵਾਜ਼ਾ ਖੋਲ੍ਹਿਆ, ਪੰਡਿਤ ਜੀ ਤੇ ਆਵਾਜ਼ ਦੇ ਕੇ ਚਲੇ ਗਏ। ਸਾਹਮਣੇ ਖੜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਹੁਣ ਜਿਉਣੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ, ਕਿਉਂਕਿ ਕਦੇ ਗਿਆ ਹੀ ਨਹੀਂ ਅਨੰਦਪੁਰ ਸਾਹਿਬ। ਪੂਰਨ ਹੀ ਜਾਂਦਾ ਸੀ, ਉਹਦਾ ਸੀਰੀ ਉਹ ਨਹੀਂ ਕਦੇ ਗਿਆ। ਮਹਾਰਾਜ ਨੇ ਆਖਿਆ ਭਾਈ ਸਾਹਿਬ ਜੀ ਵੀ ਤੁਸੀਂ, ਕਹਿੰਦਾ ਜੀ ਮੈਂ ਸੀਰੀ ਹੈ, ਮੇਰਾ ਨਾਮ ਜਿਉਣਾ ਹੈ ਪੂਰਨ ਮਸੰਦ ਦਾ। ਮਹਾਰਾਜ ਕਹਿੰਦੇ ਜਿਉਣਾ ਪੂਰਨ ਮਸੰਦ ਘਰ ਹੀ ਹੈ। ਕਹਿੰਦਾ ਜੀ ਘਰ ਹੀ ਹੈ। ਕਹਿੰਦਾ ਆ ਜਾਓ ਅੱਗੇ ਮੈਂ ਸੱਦ ਲੈਣਾ। ਤੇ ਉਹ ਜਿਹੜੀ ਮੰਜੀ ਡੱਠੀ ਸੀ ਨਾ ਪਸ਼ੂਆਂ ਵਾਲੇ ਬਾੜੇ 'ਚ, ਮਹਾਰਾਜ ਉਹਦੇ 'ਤੇ ਬਹਿ ਗਏ ਗੁਰੂ ਗੋਬਿੰਦ ਸਿੰਘ ਸਾਹਿਬ। ਉਹ ਕਹਿੰਦਾ ਜੀ ਤੁਸੀਂ ਇੱਥੇ ਹੀ ਬੈਠੋ, ਮੈਂ ਤੁਹਾਨੂੰ ਨਾਲ ਨਹੀਂ ਲਿਜਾ ਸਕਦਾ, ਸੱਦ ਕੇ ਲੈ ਆਉਣਾ। ਜਦੋਂ ਪੌੜੀਆਂ ਚੜ੍ਹਨ ਲੱਗਾ ਨਾ, ਚੁਬਾਰਾ ਪਾਇਆ ਸੀ ਗੁਰੂ ਮਸੰਦ ਦਾ। ਪੌੜੀਆਂ ਚੜ੍ਹਨ ਲੱਗਾ ਤੇ ਰੁਕ ਕੇ ਪੁੱਛਦੇ, ਕਹਿੰਦਾ ਜੀ ਤੁਸੀਂ ਕੌਣ ਹੋ, ਤੁਹਾਡਾ ਨਾਂ ਕੀ ਹੈ, ਵੀ ਮੈਂ ਜਾ ਕੇ ਪੂਰਨ ਮਸੰਦ ਨੂੰ ਦੱਸਾਂ ਵੀ ਕੌਣ ਆਇਆ ਹੈ। ਮਹਾਰਾਜ ਕਹਿੰਦੇ ਉਹਨੂੰ ਕਹੋ ਕੋਈ ਮਿਲਣ ਆਇਆ। ਕਹਿੰਦਾ ਜੀ ਇਸ ਤਰ੍ਹਾਂ ਨਹੀਂ ਉਹਨੇ ਉੱਠਣਾ, ਰਾਤ ਹੈ ਨਾ, ਦੱਸਣਾ ਪੈਣਾ ਨਾਂ, ਵੀ ਜੇ ਨਹੀਂ ਦੱਸਾਂਗੇ ਫਿਰ ਉਹਨੇ ਉੱਠਣਾ ਨਹੀਂ। ਉਹ ਜਦੋਂ ਪੌੜੀਆਂ ਚੜ੍ਹ ਰਿਹਾ, ਮਹਾਰਾਜ ਨੇ ਕਿਹਾ ਵੀ ਪੂਰਨ ਨੂੰ ਕਹੋ ਵੀ ਉਹਦਾ ਆਨੰਦਪੁਰ ਸਾਹਿਬ ਵਾਲਾ ਗੁਰੂ ਨੂੰ ਮਿਲਣ ਆਇਆ। ਜਿਉਣੇ ਨੇ ਹੁਣ ਸੁਣਿਆ ਬਹੁਤ ਹੈ ਗੁਰੂ ਸਾਹਿਬਾਂ ਦੇ, ਔਰ ਉਹਨੇ ਦਰਸ਼ਨ ਪਹਿਲੀ ਵਾਰੀ ਉਹ ਮੁੜਿਆ ਵਾਪਸ ਜੀ। ਉਹਨੇ ਕਦੇ ਉਹਨੂੰ ਪਤਾ ਵੀ ਨਹੀਂ ਸੀ ਹੁਣ ਮੱਥਾ ਕਿਵੇਂ ਟੇਕਣਾ ਮਹਾਰਾਜ ਨੂੰ। ਉਹਨੇ ਮਹਾਰਾਜ ਦਾ ਨਾ ਹੱਥ ਪਕੜਿਆ, ਸੱਜਾ ਹੱਥ ਜਿਉਣੇ ਨੇ ਤੇ ਆਪਣੇ ਮੱਥੇ ਨਾਲ ਲਾਇਆ। ਸੱਜਾ ਹੱਥ, ਮਹਾਰਾਜ ਦਾ ਹੱਥ ਬੜਾ ਠੰਡਾ, ਪੋਹ ਦਾ ਮਹੀਨਾ ਹੈ, ਹੱਥ ਬਹੁਤ ਠੰਡਾ, ਬਰਫ਼ 'ਚ ਲੱਗਾ ਹੋਇਆ ਹੱਥ। ਮਹਾਰਾਜ ਦੇ ਕੱਪੜਾ ਕੋਈ ਨਹੀਂ ਹੈ, ਕੱਪੜੇ ਭਿੱਜੇ ਹੋਏ ਨੇ, ਪਿੱਛੋਂ ਸਰਸਾ ਨਦੀ ਤੋਂ ਮਹਾਰਾਜ ਲੰਘ ਕੇ ਆਏ। ਉਹ ਬੜਾ ਬੁਰਾ, ਉਹਨੂੰ ਬੜਾ ਲੱਗਾ। ਉਹਨੇ ਹੱਥ ਮੱਥੇ ਨੂੰ ਕਹਿੰਦਾ ਜੀ ਮੈਂ ਇੱਛਾ ਸੀ ਤੁਹਾਡੇ ਕਿਤੇ ਦਰਸ਼ਨ ਕਰਾਂ। ਉਹ ਭੱਜ ਕੇ ਦਰਵਾਜ਼ੇ ਤੋਂ ਬਾਹਰ ਗਿਆ। ਉਹਨੇ ਵੇਖਿਆ ਵੀ ਹੋਰ ਘੋੜੇ ਵਾਲੇ ਖੜੇ ਹੋਣਗੇ, ਵੀ ਸੁਣਿਆ ਸੀ ਮਹਾਰਾਜ ਤੇ ਬੜੀ ਫੌਜ ਲੈ ਕੇ ਨਿਕਲਦੇ ਆ। ਉਹਨੇ ਬਾਹਰ, ਮਹਾਰਾਜ ਕਹਿੰਦੇ ਕੋਈ ਨਹੀਂ ਹੈ ਸਾਡੇ ਨਾਲ, ਅਸੀਂ ਇਕੱਲੇ ਹੀ ਹੈ। ਉਹਨੇ ਬੜੇ ਧਿਆਨ ਨਾਲ ਮਹਾਰਾਜ ਦੇ ਚਰਨਾਂ ਨੂੰ ਵੇਖਿਆ, ਜੋੜਾ ਨਹੀਂ ਹੈ, ਮਹਾਰਾਜ ਦੇ ਸੀਸ ਤੇ ਕਲਗੀ ਨਹੀਂ ਹੈ, ਮੋਢੇ ਤੇ ਬਾਜ ਨਹੀਂ ਹੈ, ਸਿਰਫ ਇੱਕ ਸ਼੍ਰੀ ਸਾਹਿਬ ਮਹਾਰਾਜ ਦੇ ਹੱਥ 'ਚ ਉਹ ਵੀ ਲੱਗੀ। ਉਹ ਧਿਆਨ ਨਾਲ ਉਹਨੇ ਵੇਖਿਆ। ਕਹਿੰਦਾ ਜੀ ਮਹਾਰਾਜ ਇਸ ਹਾਲਤ 'ਚੋਂ ਭੱਜ ਕੇ, ਉਹਨੂੰ ਖੁਸ਼ੀ ਵੀ ਹੋਈ ਵੀ ਮੈਨੂੰ ਮਹਾਰਾਜ ਦੇ ਦਰਸ਼ਨ ਹੋਏ ਵੀ ਮਹਾਰਾਜ ਸਾਡੇ ਘਰੇ ਆਏ ਆ। ਉਹ ਜਿਉਣਾ ਭੱਜ ਕੇ ਜਾਂਦਾ ਹੈ। ਉਹ ਜਾ ਕੇ ਆਵਾਜ਼ ਮਾਰਦਾ, ਪੂਰਨ ਸਿੰਘ ਜੀ ਉਠੋ, ਤੁਹਾਨੂੰ ਪਤਾ ਹੈ ਤੁਹਾਨੂੰ ਕੌਣ ਮਿਲਣਾ ਹੈ। ਉਹਨੂੰ ਡਰ ਗਿਆ ਉਪਰਵਾਏ ਜਦੋਂ ਉੱਠਿਆ। ਉਹਨੂੰ ਪਤਾ ਸੀ ਵੀ ਮਹਾਰਾਜ ਨੂੰ ਘੇਰਾ ਪਿਆ 10 ਲੱਖ ਫੌਜ ਦਾ ਚਮਕੌਰ ਦੀ। ਇਹ ਨਹੀਂ ਸੀ ਪਤਾ ਮਹਾਰਾਜ ਨਿਕਲ ਆਏ ਨੇ ਹੁਣ ਇੱਥੇ ਹੈ। ਉਹ ਕਹਿੰਦਾ ਕੀ ਹੋ ਗਿਆ ਜੋੜਿਆ? ਕਹਿੰਦਾ ਜੀ ਤੁਹਾਨੂੰ ਪਤਾ ਹਲੇ ਤੁਹਾਨੂੰ ਕੌਣ ਮਿਲਣਾ ਹੈ? ਕਹਿੰਦਾ ਕੌਣ? ਕਹਿੰਦਾ ਆਨੰਦਪੁਰ ਸਾਹਿਬ ਵਾਲਾ ਗੁਰੂ ਆਇਆ ਤੁਹਾਨੂੰ ਮਿਲਣਾ ਚਾਹੁੰਦਾ। ਉਹ ਡਰ ਗਿਆ ਸੀ ਜੀ ਹੋਣਾ। ਕਹਿੰਦਾ ਆਨੰਦਪੁਰ ਸਾਹਿਬ ਵਾਲਾ ਨਾਲ ਕੌਣ ਹੈ? ਕਹਿੰਦਾ ਜੀ ਕੋਈ ਨਹੀਂ, ਇਕੱਲੇ ਹੀ ਹੈ, ਨਾ ਜੋੜਾ, ਨਾ ਘੋੜਾ, ਨਾ ਬਾਜ, ਨਾ ਤਾਜ, ਨਾ ਸਾਜ, ਕੁਝ ਵੀ ਨਹੀਂ ਹੈ, ਮਹਾਰਾਜ ਇਕੱਲੇ। ਉਹ ਡਰ ਗਿਆ ਵੀ ਚਮਕੌਰ ਦੀ ਗੜੀ 'ਚੋਂ ਇਹਦਾ ਮਤਲਬ ਨਿਕਲਦਾ ਹੈ ਮਹਾਰਾਜ। ਜਦੋਂ ਮਹਾਰਾਜ ਨੇ ਸਾਡੇ ਬਾਰੇ ਪੁੱਛਿਆ ਤੂੰ ਕੀ ਕਿਹਾ? ਕਹਿੰਦਾ ਜੀ ਮੈਂ ਕਿਹਾ ਵੀ ਉਹ ਚੁਬਾਰੇ 'ਚ ਪਏ ਨੇ ਤੇ ਅੱਗੋਂ ਪੂਰਨ ਅੱਧੀ ਰਾਤ ਸੀ, ਆਵਾਜ਼ ਰਾਤ ਨੂੰ ਬੋਲੀਏ ਬੜੀ ਦੂਰ ਤੱਕ ਜਾਂਦੀ ਹੈ। ਉਹ ਅੱਗੋਂ ਪੂਰਨ ਮਸੋਲਿਆ, ਬੇਵਕੂਫਾ ਕਿਉਂ ਮਰਨਾ ਚਾਹੁੰਦਾ ਜਾਂ ਮੈਨੂੰ ਵੀ ਪਰਮਾਉਣਾ ਚਾਹੁੰਦਾ? ਮਹਾਰਾਜ ਦੇ ਪਿੱਛੇ ਫੌਜ ਲੱਗੀ ਹੈ। ਜੇ ਪੁੱਛਿਆ ਸੀ ਜਵਾਬ ਦੇ ਦੇ, ਪੂਰਨ ਘਰੇ ਨਹੀਂ ਹੈ। ਜਦੋਂ ਪੂਰਨ ਨੇ ਇੰਨੀ ਗੱਲ ਕਹੀ, ਜਿਉਣੇ ਦੀ ਧਾਰ ਨਿਕਲ ਗਈ। ਕਹਿੰਦੇ ਪੂਰਨ ਸਿਆ ਆ ਚੁਬਾਰੇ ਤੇਰੇ ਗੁਰੂ ਘਰ ਕਰਕੇ ਪਏ ਨੇ, ਮਸੰਦ ਹੈ ਤੂੰ ਗੁਰੂ ਘਰ ਦਾ ਥੋੜਾ ਦਿਨ ਹੈ, ਬਹੁਤਾ ਖਾਂਦਾ ਹੈ ਵੀ ਗੁਰੂ ਘਰ ਥੋੜੀ ਜਮ੍ਹਾਂ ਕਰਾਉਂਦਾ ਹੈ, ਰਸਤ ਬਸਤ ਦਾ ਧਨ ਆਪ ਬਹੁਤਾ ਰੱਖਦਾ ਹੈ। ਅੱਗੇ ਤੈਨੂੰ ਲੋੜ ਸੀ ਰੋਜ਼ ਅਨੰਦਪੁਰ ਸਾਹਿਬ ਜਾਂਦਾ ਹੈ, ਸਤਿਗੁਰਾਂ ਦੇ ਦਰਸ਼ਨ ਕਰਦਾ ਸਭ, ਗੁਰੂ ਨੂੰ ਤੇਰੀ ਲੋੜ ਹੈ ਤੇ ਅੱਜ ਬੇਮੁਖ ਹੋ ਗਿਆ। ਕਹਿੰਦਾ ਵੀ ਕਹਿ ਦੇ ਨੂੰ ਵੀ ਘਰੇ ਨਹੀਂ ਹੈ।
ਉਹ ਜਿਉਣੇ ਨੇ ਆਖਿਆ, ਕਹਿੰਦੇ ਪੂਰਨ ਸਿਆ ਗੁਰੂ ਨੂੰ ਤੇਰੀ ਅੱਜ ਲੋੜ ਹੈ, ਤੈਨੂੰ ਮਿਲਣਾ ਚਾਹੀਦਾ। ਉਹ ਕਹਿੰਦਾ ਜਾ, ਮੈਂ ਨਹੀਂ ਮਿਲਦਾ, ਜਦੋਂ ਮੈਂ ਮਿਲਣਾ ਹੋਇਆ ਅਨੰਦਪੁਰ ਸਾਹਿਬ ਆ ਜਾਵਾਂਗਾ, ਜਾ ਕੇ ਗੁਰੂ ਨੂੰ ਕਹਿੰਦੇ ਪੂਰਨ ਘਰੇ ਨਹੀਂ ਹੈ। ਉਹ ਰੋ ਪਿਆ ਜੀ ਜਿਉਣਾ। ਦੇਖੋ ਜਿਹੜਾ ਬੜੇ ਲੰਬੇ ਸਮੇਂ ਤੋਂ ਜੁੜਿਆ, ਉਹ ਜਵਾਬ ਦੇ ਰਿਹਾ ਮੈਂ ਨਹੀਂ ਮਿਲਣਾ। ਜਿਹਨੇ ਪਹਿਲੇ ਵਾਰੀ ਦਰਸ਼ਨ ਕੀਤੇ ਉਹ ਕਹਿੰਦਾ ਪੂਰਨ ਸਿਆ ਤੂੰ ਚੰਗਾ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਘਰੇ ਆਏ ਹੈ। ਉਹ ਫਿਰ ਉਹ ਵਿਚਾਰਾ ਰੋਂਦਾ ਥੱਲੇ ਉਤਰਿਆ ਜੀ। ਮਹਾਰਾਜ ਮੰਜੀ ਤੇ ਬੈਠੇ ਕੋਲ ਆਇਆ ਤੇ ਬੋਲਣ ਲੱਗਾ। ਮਹਾਰਾਜ ਕਹਿੰਦੇ ਜਿਉਣ ਸਿਆ ਬੋਲਣ ਦੀ ਜ਼ਰੂਰਤ ਨਹੀਂ, ਅਸੀਂ ਸੁਣ ਲਿਆ ਜੋ ਕੁਝ ਪੂਰਨ ਨੇ ਕਿਹਾ। ਇਹਦੇ ਕਮਲਾ ਅਨੰਦਪੁਰ ਸਾਹਿਬ ਜਾਂਦਾ ਹੈ, ਸਾਨੂੰ ਕਹਿੰਦਾ ਸੀ ਕਿਤੇ ਘਰੇ ਚਰਨ ਪਾਇਓ, ਘਰੇ ਚਰਨ ਪਾਇਓ। ਅੱਜ ਇਹਦੇ ਘਰੇ ਨੂੰ ਮਿਲਣ ਆਏ ਤੇ ਅੱਜ ਇਹ ਸਾਡੇ ਤੋਂ ਬੇਮੁਖੀ ਹੋ ਗਿਆ। ਮਹਾਰਾਜ ਨੇ ਕੋਈ ਉਹਨੂੰ ਲਾਮਾ ਨਹੀਂ ਦਿੱਤਾ ਹੈ, ਕੋਈ ਉਹਨੂੰ ਤਾੜਨਾ ਨਹੀਂ ਕੀਤੀ ਹੈ ਵੀ ਗੁਰੂ ਘਰ ਦਾ ਖਾਨਾ ਰਿਹਾ ਹੁਣ ਸਾਡੀ ਮਦਦ ਕਰ। ਮਹਾਰਾਜ ਕਹਿੰਦੇ ਉਹ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ, ਪਰ ਅੱਜ ਇਹਦੇ ਕੋਲ ਸਮਾਂ ਸੀ ਸਾਡੀ ਸੇਵਾ ਕਰ ਲੈਂਦਾ ਤੇ ਅੱਜ ਇਹਦੇ ਤੇ ਖੁਸ਼ੀ ਬੜੀ ਅਸੀਂ। ਉਹ ਮਹਾਰਾਜ ਕਹਿੰਦੇ ਚੰਗਾ ਫਿਰ ਜਿਉਣ ਸਿਆ ਅਸੀਂ ਚੱਲਦੇ ਹਾਂ। ਰੋ ਪਿਆ, ਕਹਿਣ ਲੱਗਾ ਸਤਿਗੁਰੂ ਬਹੁਤ ਗਰੀਬ ਹੈ, ਮੇਰੇ ਕੋਲ ਆਪਣਾ ਘਰ ਨਹੀਂ ਹੈ, ਮੈਂ ਇਹਦੇ ਘਰ ਇੱਥੇ ਹੀ ਰਹਿ ਕੇ ਗੁਜ਼ਾਰਾ ਕਰਦਾ, ਕਦੇ ਰੱਬ ਨੂੰ ਕੋਈ ਲਾਭਾ ਵੀ ਨਹੀਂ ਦਿੱਤਾ। ਮੇਰੇ ਕੋਲ ਆਪਣਾ ਘਰ ਕਿਉਂ ਨਹੀਂ, ਮੈਂ ਗਰੀਬ ਕਿਉਂ ਹੈ, ਕੰਗਾਲ ਕਿਉਂ ਹੈ, ਪੂਰਨ ਵਰਗਿਆਂ ਦੇ ਚਮਾਰੇ ਕਿਉਂ ਪਏ, ਕਦੀ ਰੱਬ ਨੂੰ ਲਾਭਾ ਨਹੀਂ ਦਿੱਤਾ। ਪਰ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮੈਂ ਰੱਬ ਨੂੰ ਉਲਾਮਾ ਦਿੰਦਾ, ਜੇ ਕਿਤੇ ਤੂੰ ਮੈਨੂੰ ਇੱਕ ਵੀ ਕੋਠਾ ਦਿੱਤਾ ਹੁੰਦਾ ਨਾ, ਅੱਜ ਮੈਂ ਤੁਹਾਨੂੰ ਉੱਥੇ ਲਿਜਾ ਕੇ ਬਿਠਾ ਦਿੰਦਾ। ਸਤਿਗੁਰੂ ਮੇਰੇ ਕੋਲ ਆਪਣੇ ਦੀ ਰਹਿਣ ਦੀ ਕੋਈ ਘਰ ਨਹੀਂ ਹੈ। ਮਹਾਰਾਜ ਕਹਿੰਦੇ ਜਿਉਣ ਸਿਆ ਤੂੰ ਮਨ ਹੌਲਾ ਨਾ ਕਰ, ਅਸੀਂ ਤੇ ਅੱਗੇ ਨਿਕਲ ਜਾਣਾ। ਉਹਨੇ ਫਿਰ ਉਹ ਜਿਹੜੀ ਟਿੰਡ ਨਾ, ਜਿਹੜੀ ਅਸੀਂ ਇਤਿਹਾਸ ਪੜ੍ਹਦੇ ਟਿੰਡ ਦਾ ਸਰਾਣਾ, ਉਹ ਅੱਗ ਸੇਕਦਾ ਸੀ, ਸਿਆਲ ਸੀ, ਉਹ ਰਾਤ ਅੱਗ ਅਜੇ ਬਲ ਰਹੀ ਸੀ। ਉਹ ਜਿਉਣੇ ਨੇ ਟਿੰਡ ਪਕੜੀ, ਉਹਨੇ ਉਹਦੇ ਵਿੱਚ ਕੋਲੇ ਪਾਏ ਬਲਦੀ ਅੱਗ ਦੇ। ਕਹਿੰਦਾ ਮਹਾਰਾਜ ਮੈਂ ਤੁਹਾਡਾ ਹੱਥ ਪਕੜਿਆ ਸੀ, ਸਰੀਰ ਬੜਾ ਠੰਡਾ ਹੈ, ਤੁਹਾਡੀ ਉੱਤੇ ਕੱਪੜਾ ਕੋਈ ਨਹੀਂ ਹੈ। ਉਹਨੇ ਇੱਕ ਖੇਸ ਦਿੱਤਾ ਮਹਾਰਾਜ ਨੂੰ, ਉਹਨੇ ਉਹ ਟਿੰਡ ਦੇ ਵਿੱਚ ਕੋਲੇ ਪਾ ਕੇ ਦਿੱਤੇ। ਮਹਾਰਾਜ ਇੱਥੇ ਵੀ ਨਾ ਰੁਕਿਓ, ਪੂਰਨ ਪਸੰਦ ਹੋ ਸਕਦਾ ਤੁਹਾਨੂੰ ਪਕੜਾ ਦੇ, ਤੁਹਾਡੀ ਮੁਖਬਰੀ ਕਰ ਸਕਦਾ ਹੈ। ਉਹ ਫਿਰ ਉਹਨੇ ਕੋਲੇ ਪਾ ਕੇ ਦਿੱਤੇ। ਮਹਾਰਾਜ ਜਿੱਥੇ ਕਿਤੇ ਘੜੀ ਦੋ ਘੜੀਆਂ ਬੈਠੋ ਕੇ ਅੱਗ ਸੇਕ ਲਿਓ, ਤੁਹਾਡਾ ਸਰੀਰ ਬੜਾ ਠੰਡਾ ਹੈ। ਦਾਸ ਜਿਹੜੀ ਬੇਨਤੀ ਕਰਨੀ ਚਾਹੁੰਦਾ ਸੀ, ਬਿਪਤ ਪਤੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਮੇਰੇ। ਜਦੋਂ ਸਾਨੂੰ ਲੋੜ ਹੁੰਦੀ ਹੈ ਅਸੀਂ ਰੋਜ਼ ਗੁਰੂ ਘਰ ਦੀ ਹਾਜ਼ਰੀ ਭਰਦੇ, ਜਦੋਂ ਗੁਰੂ ਨੇ ਆਵਾਜ਼ ਮਾਰੀ ਉਦੋਂ ਅਸੀਂ ਆਉਣਾ ਕੋਈ ਨਹੀਂ ਗੁਰੂ ਸਾਹਿਬ ਦੇ ਕੋਲ। ਅਸਲ ਗੱਲ ਇਹ ਹੈ ਵੀ ਮਹਾਰਾਜ ਦਾ ਵੀ ਲੋਕ ਸਾਥ ਛੱਡ ਕੇ ਬਹੁਤ ਸਨ ਜਿਹੜੇ ਕੁਰਬਾਨ ਵੀ ਹੋਏ। ਉਹ ਲਖਮੀਰ ਤੇ ਸ਼ਮੀਰ ਦੀ ਗੱਲ ਕਰ ਰਹੇ ਹੋ, ਉਹ ਮਹਾਰਾਜ ਉਹਦੇ ਘਰੇ ਗਏ, ਉਹ ਕਹਿੰਦੇ ਇੱਥੇ ਰਹਿਣਾ। ਉਹ ਕਹਿੰਦਾ ਜੀ ਆਇਆਂ ਨੂੰ। ਮਹਾਰਾਜ ਨੇ ਪਹਿਲਾਂ ਹੀ ਦੱਸ ਦਿਆ ਤੇਰਾ ਨੁਕਸਾਨ ਹੋ ਸਕਦਾ, ਤੇਰੇ ਨਿੱਕੇ ਨਿੱਕੇ ਬੱਚੇ। ਉਹ ਕਹਿੰਦਾ ਮਹਾਰਾਜ ਜੇ ਤੁਸੀਂ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਮੇਰੇ ਬੱਚੇ ਵੀ ਤੁਹਾਡੇ ਦੇ ਲੇਖੇ ਲੱਗ ਜਾਣਗੇ, ਘਾਟੇ ਵਾਲੀ ਗੱਲ ਕੋਈ ਨਹੀਂ। ਇਹੋ ਜਿਹੇ ਵੀ ਹੈਗੇ ਸਾਡੇ। ਜਦ ਮਹਾਰਾਜ ਕਨੇਚ ਪਿੰਡ ਗਏ, ਇਸ ਤੋਂ ਅੱਗੇ ਮਾਛੀਵਾੜੇ ਤੋਂ ਨਿਕਲ ਕੇ ਮਹਾਰਾਜ ਕਨੇਚ ਪਿੰਡ ਗਏ। ਉਹ ਫਤਿਹ ਨੰਬਰਦਾਰ ਸੀ ਦਾਸ ਨੇ ਉਸ ਪਿਛਲੇ ਹਫ਼ਤੇ ਦਸੰਬਰ ਦੇ ਮਹੀਨੇ 'ਚ ਵਿਚਾਰ ਕੀਤੀ ਸੀ ਆਪ ਜੀ ਨਾਲ ਸਾਡੇ। ਮਹਾਰਾਜ ਜਦੋਂ ਉਹ ਗਣੀ ਖਾਂ ਨਬੀ ਖੌਚ ਦਾ ਪੀਰ ਬਣਾ ਕੇ ਮਹਾਰਾਜ ਨੂੰ ਨਾ ਕਨੇਚ ਪਿੰਡ ਗਏ ਤੇ ਮਹਾਰਾਜ ਨੇ ਪੁੱਛ ਲਿਆ ਦਇਆ ਸਿੰਘ ਕਿਹੜਾ ਪਿੰਡ ਆਇਆ। ਮਹਾਰਾਜ ਕਨੇਚ ਪਿੰਡ। ਮਹਾਰਾਜ ਕਹਿੰਦੇ ਇੱਥੇ ਸਾਡੇ ਨਾਲ ਇੱਕ ਘੋੜੀਆਂ ਦਾ ਵਪਾਰ ਕਰਨ ਵਾਲਾ ਫਤਿਹ ਨੰਬਰਦਾਰ ਹੈ, ਚੱਲ ਉਹਦੇ ਤੋਂ ਘੋੜੀ ਲੈਂਦੇ ਆ। ਤੁਸੀਂ ਕਿੰਨੇ ਚਿਰ ਤੋਂ ਸਾਨੂੰ ਮੋਢਿਆਂ ਤੋਂ ਚੁੱਕਿਆ, ਤੁਹਾਡੇ ਮੋਢੇ ਦਰਦ ਹੁੰਦੇ ਹੋਣਗੇ, ਅੱਗੇ ਘੋੜੀ ਦਾ ਸਫ਼ਰ ਕਰਾਂਗੇ। ਮਹਾਰਾਜ ਕਹਿੰਦੇ ਸੱਦ ਕੇ ਲਿਆ। ਉਹ ਫਤਿਹ ਨੰਬਰਦਾਰ ਨੂੰ ਸੱਦਿਆ ਭਾਈ ਦਇਆ ਸਿੰਘ ਨੇ। ਉਹ ਜਦੋਂ ਆਇਆ ਇਹਨੇ ਮੱਥਾ ਟੇਕਿਆ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਫਤਿਹ ਸਿਆਂ ਵੀ ਘੋੜੀਆਂ ਦਾ ਵਪਾਰ ਕਰਦਾ ਰਿਹਾ ਸਾਡੇ ਨਾਲ, ਕੋਈ ਹੈਗੀ ਘੋੜੀ ਵੀ ਘੜੀ ਖੜੀ ਹੋਵੇ ਤੂੰ ਵੇਚਣੀ ਚਾਹੁੰਦਾ ਹੋਵੇ। ਕਹਿੰਦਾ ਜੀ ਨਹੀਂ। ਮਹਾਰਾਜ ਕਹਿੰਦੇ ਐਂ ਕਰ ਫਿਰ ਨਾ, ਜਿਹੜੀ ਘੋੜੀ ਤੇ ਤੂੰ ਆਉਂਦਾ ਸੀ ਨਾ ਅਨੰਦਪੁਰ ਸਾਹਿਬ, ਹੁਣ ਜਿਹੜਾ ਘੋੜਿਆਂ ਦਾ ਵਪਾਰੀ ਆਪ ਵੀ ਚੰਗਾ ਘੋੜਾ ਰੱਖਦਾ ਹੈ, ਕਹਿੰਦਾ ਵੀ ਉਹ ਸਾਨੂੰ ਲਿਆ ਕੇ ਦੇ ਦੇ, ਅਸੀਂ ਜਾਣਾ ਅੱਗੇ ਹੇਰ ਪਿੰਡ ਤੇ ਇਹਦਾ ਮੁੱਲ ਮੰਗ ਲਾ, ਤੈਨੂੰ ਅਸੀਂ ਉਹਦਾ ਮੁੱਲ, ਜੇ ਤੂੰ ਪਿਆਰ ਕਰਦੇ ਇਹਦੇ ਨਾਲ, ਕਈ ਜਾਨਵਰਾਂ ਨਾਲ ਬੜਾ ਪਿਆਰ ਕਰਦੇ, ਵੀ ਤੈਨੂੰ ਅਸੀਂ ਵਾਪਸ ਭੇਜ ਦਿਆਂਗੇ, ਘੋੜੀ ਹੇਰ ਪਿੰਡ ਤੋਂ ਵਾਪਸ ਭੇਜ ਦਿਆਂਗੇ, ਜਾਓ ਘੋੜੀ ਲਿਆ ਕੇ ਤੇ ਜਿਹੜੀ ਤੇ ਤੂੰ ਸਵਾਰੀ ਕਰਦਾ ਹੈ। ਕਹਿੰਦਾ ਜੀ ਠੀਕ ਹੈ। ਪਹਿਲਾਂ ਤੇ ਮਨ ਦੀ ਅਵਸਥਾ ਹੈ ਜੀ। ਉਹ ਜਦੋਂ ਰਸਤੇ 'ਚ ਜਾਂਦੇ ਮਨ ਦੂਸਰੇ ਪਾਸੇ ਨੂੰ ਹੋ ਗਿਆ। ਕਹਿੰਦੇ ਮਹਾਰਾਜ ਦੇ ਪਿੱਛੇ ਫੌਜ ਲੱਗੀ ਹੈ, ਘੋੜੀ ਦੇ ਬੈਠਾ, ਕਿੰਨੇ ਮੇਰੇ ਪੈਸੇ ਵਾਪਸ ਭੇਜਣੇ ਆ ਜਾਂ ਕਿੰਨੇ ਘੋੜੀ ਭੇਜਣੀ। ਮਨ ਬੇਈਮਾਨ ਹੋ ਗਿਆ। ਇਹਨੇ ਉਹ ਘੋੜੀ ਖੁੱਲੀ ਬਰਾਂਡੇ 'ਚ ਬੰਨ੍ਹ ਦਿੱਤੀ ਅੰਦਰ। ਇਹਦੇ ਕੋਲ ਇੱਕ ਨਾ ਨਿੱਕੇ ਜਿਹੇ ਕੱਦ ਦੀ ਘੋੜੀ ਖੱਚਰ ਜੀ ਖੜੀ ਹੈ ਜਿਹੜੀ ਵੇਚਣ ਵਾਸਤੇ ਕਿਤੇ। ਇਹਨੇ ਆਪਣੀ ਘੋੜੀ ਅੰਦਰ ਬੰਨੀ, ਉਹਦੇ ਤੇ ਖੇਸ ਪਾਇਆ ਤੇ ਮਹਾਰਾਜ ਨੂੰ ਲੈ ਆਇਆ। ਕਹਿੰਦਾ ਮਹਾਰਾਜ ਆਹ ਲਓ ਘੋੜੀ। ਮਹਾਰਾਜ ਨੂੰ ਉਹਦੇ ਵੱਲ ਵੇਖ ਕੇ ਗਿਆ। ਉਹ ਕਹਿੰਦੇ ਫਤਿਆ ਤੇਰੇ ਤੋਂ ਇਹ ਘੋੜੀ, ਤੈਨੂੰ ਇਸ ਗੱਲ ਦਾ ਪਤਾ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਖੱਚਰਾਂ ਦੀ ਸਵਾਰੀ ਨਹੀਂ ਕਰਦਾ ਹੈ।
मैं 1.25 ਲੱਖ ਦੇ ਘੋੜੇ ਦੀ ਸਵਾਰੀ ਕੀਤੀ ਹੈ, ਉਹ ਘੋੜੀ ਲਿਆ ਜਿਹਦੇ ਤੇ ਤੂੰ ਜਾਂਦਾ ਹਾਂ। ਕਹਿੰਦਾ ਜੀ ਮੈਨੂੰ ਮਾਫ ਕਰ ਦੇਣਾ, ਉਹ ਤੇ ਘੋੜੀ ਮੇਰਾ ਜਵਾਈ ਕੱਲ੍ਹ ਲੈ ਕੇ ਆਇਆ ਸੀ, ਉਹ ਮੇਰੇ ਘਰਦਿਆਂ ਨੇ ਦੱਸਿਆ ਨਹੀਂ, ਤੇ ਉਹ ਘੋੜੀ ਘਰੇ ਨਹੀਂ ਹੈ। ਮਹਾਰਾਜ ਉਹ ਘੱਟ ਕੇ ਅੰਤਰ ਕੀ ਜਾਣਦੇ ਨੇ, ਮਹਾਰਾਜ ਨੂੰ ਕੋਈ ਸੁਭਿਆ। ਮਹਾਰਾਜ ਕਹਿੰਦੇ ਠੀਕ ਹੈ ਬਤਾ ਸਿਆ, ਜੇ ਘੋੜੀ ਨਹੀਂ ਹੈ ਤੇ ਫਿਰ ਨਹੀਂ ਹੈ। ਮਹਾਰਾਜ ਕਹਿੰਦੇ ਵੀ ਵਾਪਸ ਲੈ ਜਾ, ਮੈਂ ਇਹਦੇ ਤੇ ਸਵਾਰੀ ਨਹੀਂ ਅਸੀਂ ਕਰਨੀ ਹੈ। ਮਹਾਰਾਜ ਕਹਿੰਦੇ ਚਲੋ ਦਇਆ ਸਿੰਘ ਕੇ ਚੱਲਦੇ ਆ। ਜਦੋਂ ਗਿਆ ਜੀ, ਸਾਡਾ ਇਤਿਹਾਸ ਕਹਿੰਦਾ ਜਾਂਦਿਆਂ ਨੂੰ ਘੋੜੀ ਨੂੰ ਸੱਪ ਲੜ ਗਿਆ, ਉਹ ਮਰ ਗਈ ਜਿਹੜੀ ਬਰਾਂਡੇ 'ਚ ਇਹਨੇ ਬੰਨੇ। ਹੁਣ ਘੋੜੀ ਉਸੇ ਨਾਲ ਬੜਾ ਪਿਆਰ, ਤਾਂ ਹੀ ਤੇ ਨੇ ਮਹਾਰਾਜ ਨੂੰ ਨਹੀਂ ਸੀ ਦਿੱਤੀ ਘੋੜੀ, ਪਿਆਰ ਬੜਾ। ਕੀ ਪਤਾ ਮਹਾਰਾਜ ਪੈਸੇ ਵੀ ਦੇਣ ਚਾਹੇ ਨਾ, ਘੋੜੀ ਵੀ ਵਾਪਸ ਕਰਨ ਚਾਹੇ ਨਾ। ਉਹ ਘੋੜੀ ਤੇ ਲੇਟਦਾ ਵੀ ਇਹ ਕੀ ਹੋਇਆ, ਮਹਾਰਾਜ ਨੂੰ ਨਹੀਂ ਦਿੱਤੀ, ਮਰ ਵੀ ਗਈ। ਉਹੀ ਸੱਪ ਇੱਕ ਡਾਂਗੇ ਦੇ ਪੈਰ ਤੇ ਮਾਰਦਾ, ਘੋੜੀ ਤੇ ਲੇਟਦਾ ਹੈ। ਇਹ ਫਤਾ ਨੰਬਰਦਾਰ ਮਹਾਰਾਜ ਹੇਰ ਪਿੰਡ ਗਏ, ਉੱਥੋਂ ਖਬਰ ਮਿਲੀ ਮਹਾਰਾਜ ਫਤਾ ਨੰਬਰਦਾਰ ਮਰ ਗਿਆ, ਜਿਹਦੇ ਕੋਲ ਆਪਾਂ ਘੋੜੀ ਮੰਗੇ। ਮਹਾਰਾਜ ਕਹਿੰਦੇ ਮਰਨਾ ਹੀ ਸੀ, ਬੇਮੁਖ ਹੋ ਗਿਆ। ਉਹ ਮਰਨਾ ਤੇ ਸੀ ਪਰ ਗੁਰਮੁਖ ਬਣ ਕੇ ਮਰਦਾ, ਸਾਡੀ ਸੇਵਾ ਕਰਦਾ, ਉਹਨੂੰ ਲਾਭ ਮਿਲਣਾ ਸੀ ਸੱਚਖੰਡ ਦੀ ਜਗ੍ਹਾ, ਹੁਣ ਬੇਮੁਖ ਹੋ ਗਿਆ। ਕਹਿੰਦਾ ਭਾਵੇਂ ਮਹਾਰਾਜ ਕਹਿੰਦੇ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਬਤ ਨਿਰ, ਅਨੇਕਾਂ ਸ਼ਬਦ ਨੇ। ਮਹਾਰਾਜ ਕਹਿੰਦੇ ਇਹ ਜਗ ਨੀਤ ਨਾ ਦੇਖਿਓ ਕੋਈ, ਜਾਂ ਅਸੀਂ ਬਹੁਤ ਵਾਰੀ ਬਚਨ ਸਾਂਝਾ ਕੀਤਾ, ਜਗ ਤੋਂ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋ ਸਭ ਲਾਗੇ ਕਿਆ ਧਾਰਾ ਗਿਆ ਮੀਤ। ਆਪਣੇ ਸੁੱਖਾਂ ਕਰਕੇ ਸਾਰੇ ਜੁੜੇ ਹੈ, ਉਹ ਭਾਵੇਂ ਮਿੱਤਰ ਹੈ, ਉਹ ਰਿਸ਼ਤੇਦਾਰ ਹੈ, ਉਹ ਹੋਰ ਕੋਈ ਵੀ ਸਾਡੇ ਨਾਲ ਜੁੜਿਆ ਹੋ ਸਕਦਾ ਹੈ। ਮਹਾਰਾਜ ਨੇ ਮਾਂ ਪਿਓ ਦਾ ਪਿਆਰ ਵੀ ਝੂਠਾ ਗਿਆ, ਬਹੁਤ ਪਿਆਰ ਕਰਦੇ ਹੈ, ਪਰ ਵਿਪਤ ਭਰੀ ਤੇ ਕਈ ਵਾਰੀ ਝੂਠਾ ਹੋ ਜਾਂਦਾ ਹੈ। ਸਭ ਹੀ ਸੰਗ, ਹੁਣ ਸਭ ਹੀ ਸੰਗ ਦੀ ਜਦੋਂ ਗੱਲ ਆਏਗੀ, ਮਹਾਰਾਜ ਕਹਿੰਦੇ, ਮਹਾਰਾਜ ਨੇ ਲਿਖ ਕੇ ਦਿੱਤਾ ਹੈ ਹਰ ਬਿਨ ਕੌਣ ਸਹਾਈ ਮਨ ਕਾ। ਕਹਿੰਦੇ ਮਨ ਦੀ ਸਹਾਇਤਾ ਕੋਈ ਨਹੀਂ ਕਰਨੀ, ਤਨ ਦੀ ਤੇ ਕਈ ਵਾਰੀ ਸਹਾਇਤਾ ਹੋ ਜਾਂਦੀ ਹੈ ਨਾ। ਦਾਸ ਨੇ ਪਹਿਲਾਂ ਬੇਨਤੀ ਕੀਤੀ, ਬੱਚਾ ਅੱਗ 'ਚ ਡਿੱਗਣ ਲੱਗਾ, ਤਨ ਬਚਾ ਲੈਂਦੀ ਹੈ ਮਾਂ, ਬਾਪ ਭੱਜ ਕੇ ਪਕੜ ਦੇਗਾ। ਕਹਿੰਦੇ ਮਨ ਦਾ ਸਹਾਈ ਕਿਸੇ ਨੇ ਨਹੀਂ ਜੇ ਬਣਨਾ। ਮਨ ਵਿਕਾਰਾਂ 'ਚ ਡਿੱਗਣ ਲੱਗਾ, ਵਿਕਾਰਾਂ 'ਚ ਅੱਗ 'ਚ ਡਿੱਗਣ ਲੱਗੇ ਉਹਨੂੰ ਮਾਂ ਬਚਾ ਸਕਦੀ, ਵਿਕਾਰਾਂ 'ਚੋਂ ਡਿੱਗਣ ਲੱਗੇ ਉਹਨੂੰ ਮਾਂ ਨਹੀਂ ਜੇ ਬਚਾ ਸਕਦੀ। ਹਰ ਬਿਨ ਕੌਣ ਸਹਾਈ ਮਨ ਕਾ, ਕਾਂਕੀ ਮਾਤ ਜਾਂ ਮਾਤ ਪਿਤਾ ਭਾਈ ਸੁਤ ਬਣਤਾ, ਹਿਤ ਲਾਗੂ ਸਭ ਫਨ ਕਾ। ਕਹਿੰਦੇ ਹਿਤ ਉਹ ਝੂਠਾ, ਆਗੇ ਕੌਣ ਕਿਛ ਤੁਲਹਾ ਬੰਧੋ ਕਿਆ ਪ੍ਰਭਾਸਾ। ਧਨ ਕਾ, ਧਨ ਦਾ ਕੋਈ ਪ੍ਰਭਾਸਾ ਨਹੀਂ, ਅੱਗੇ ਤੁਲਹਾ ਬੰਨੋ। ਮਹਾਰਾਜ ਕਹਿੰਦੇ ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਕੋਈ ਕਿਸੇ ਦਾ ਇੱਥੇ ਨਹੀਂ ਜੀ। ਮਹਾਰਾਜ ਨੇ ਲਿਖ ਕੇ ਦਿੱਤਾ, ਜੋ ਲਿਖਿਆ ਸੱਚ ਹੈ। ਅੱਜ ਹੱਦ ਸਾਡੇ, ਅੱਜ ਖੜਨਗੇ ਵੀ ਸਾਡੇ ਨਾਲ। ਉਹ ਕੋਈ ਬੰਦਾ ਨਾ ਬਿਮਾਰ ਹੋ ਜਾਂਦਾ, ਪਹਿਲਾਂ ਪਤਾ ਲੈਣ ਵੀ ਜਾਂਦੇ, 4 ਰੁਪਈਏ ਵੀ ਦੇ ਆਉਂਦੇ ਆ, ਜਦੋਂ ਪਤਾ ਹੈ ਵੀ ਹੁਣ ਇਹਨੂੰ ਇੰਨੇ ਮਹੀਨੇ ਹੋ ਗਏ, ਫਿਰ ਸਹੀ ਸਾਰੇ ਛੱਡ ਦਿੰਦੇ ਆ, ਫਿਰ ਕੋਈ ਨਹੀਂ ਉੱਥੇ ਜਾਂਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਉਹ ਪਹਿਲਾਂ ਐਂ ਲੱਗਦਾ ਵੀ ਇਹ ਪਿਆਰ ਬੜਾ ਸੱਚਾ ਹੈ ਸਾਰਿਆਂ ਦਾ, ਮਾਂ ਪਿਓ ਦਾ। ਉਹ ਜੀਣ ਵਾਲੀ ਘਟਨਾ ਦਾਸ ਨੇ ਬਹੁਤ ਮੇਰੀ ਸਾਂਝੀ ਕੀਤੀ। ਨੌਜਵਾਨ ਕਹਿੰਦਾ ਸੀ ਜੀ ਮਾਂ ਪਿਓ ਪਿਆਰ ਬੜਾ ਕਰਦੇ, ਘਰ ਵਾਲੀ ਮੇਰੀ ਭੈਣ ਬੜਾ ਪਿਆਰ। ਉਹ ਮਹਾਰਾਜ ਨੇ ਸਵਾਸ ਚੜਾਉਣ ਦੀ ਜੁਗਤੀ ਦੱਸੀ। ਉਹ ਘਰ ਵਾਲਿਆਂ ਨੂੰ ਐਂ ਲੱਗਾ ਵੀ ਸਾਡੇ ਬੱਚੇ ਦੀ ਮੌਤ ਹੋ ਗਈ ਹੈ। ਉਹ ਜਦੋਂ ਸਵਾਸ ਕੱਢ ਲਏ, ਮਹਾਰਾਜ ਉੱਥੇ ਪਹੁੰਚ ਗਏ, ਗੁਰੂ ਤੇਗ ਬਹਾਦਰ ਸਾਹਿਬ ਜੀ। ਮਹਾਰਾਜ ਕਹਿੰਦੇ ਵੀ ਅਸੀਂ ਇਸ ਬੱਚੇ ਨੂੰ ਜਿੰਦਾ ਕਰ ਸਕਦੇ ਹਾਂ। ਕਹਿੰਦੇ ਜੀ ਕਰ ਦਿਓ। ਫਿਰ ਇਹ ਤੇ ਬੜੀ ਇਹਨਾਂ ਦਾ ਇੱਕ ਬੱਚਾ। ਮਹਾਰਾਜ ਕਹਿੰਦੇ ਦੁੱਧ ਦਾ ਛੰਨਾ ਲਿਆਓ, ਲਿਆਂਦਾ। ਮਹਾਰਾਜ ਕਹਿੰਦੇ ਐਂ ਕਰੋ, ਤੁਹਾਡੇ ਚੋਂ ਮਾਂ ਵੀ ਕੋਲ ਖੜੀ ਹੈ, ਬਾਪ ਵੀ, ਉਹਦੀ ਘਰ ਵਾਲੀ ਵੀ, ਨੌਜਵਾਨ ਦੀ ਭੈਣ ਵੀ, ਰਿਸ਼ਤੇਦਾਰ ਵੀ, ਸੱਜਣ ਮਿੱਤਰ ਵੀ, ਪਿੰਡ ਦੇ ਲੋਕ ਵੀ। ਮਹਾਰਾਜ ਕਹਿੰਦੇ ਐਂ ਕਰੋ, ਇੱਕ ਜਣਾ ਇਹ ਦੁੱਧ ਛਕ ਲਓ, ਜਿਹੜਾ ਛਕੇਗਾ ਉਹਦੀ ਮੌਤ ਹੋ ਜਾਏਗੀ, ਇਹ ਨੌਜਵਾਨ ਜਿੰਦਾ ਹੋ ਜਾਏਗਾ। ਉੱਥੇ 500 ਬੰਦੇ ਦਾ ਇਕੱਠ ਹੈ, ਕੋਈ ਵੀ ਤਿਆਰ ਨਹੀਂ ਹੋਇਆ, ਨਾ ਮਾਂ, ਨਾ ਬਾਪ, ਨਾ ਭਰਾ, ਨਾ ਭੈਣ, ਨਾ ਘਰ ਵਾਲੀ। ਉਹ ਸਾਰਾ ਜਦੋਂ ਜਵਾਬ ਹੁਣ ਹੋਇਆ ਤੇ ਕੁਝ ਵੀ ਨਹੀਂ, ਨੌਜਵਾਨ ਮਰਿਆ ਹੀ ਨਹੀਂ ਸੀ। ਮਹਾਰਾਜ ਨੇ ਉਹਨੂੰ ਵਿਖਾਇਆ ਵੀ ਝੂਠਾ ਹੈ। ਜਦੋਂ ਆਹ ਸਮਾਂ ਆ ਜਾਂਦਾ, ਕੋਈ ਨਹੀਂ ਦੇ ਨਾਲ ਖੜਦਾ, ਕਿਸੇ ਦੀ ਖਾਤਰ ਕੋਈ ਆ ਸੰਸਾਰ ਕਦੇ ਨਹੀਂ ਜਾਂਦਾ। ਰਿਸ਼ਤੇਦਾਰੀਆਂ ਜਿਉਂਦਿਆਂ ਨਾਲ ਮਰਨ ਤੋਂ ਬਾਅਦ ਬੜਾ ਫਰਕ ਪੈ ਜਾਂਦਾ ਹੈ। ਸਾਡਾ ਪਿਆਰ ਹੈ ਕਿਸੇ ਦੇ ਨਾਲ, ਉਹ ਜਿਉਂਦਿਆਂ ਤੇ ਬਹੁਤ ਕੁਝ, ਜਦੋਂ ਚਲਾ ਜਾਂਦੇ ਉਦੋਂ ਫਿਰ ਉਹ ਨਹੀਂ ਪਿਆਰ ਰਹਿੰਦਾ। ਉਹ ਫਿਰ ਮਹਾਰਾਜ ਨੇ ਵਿਖਾਇਆ, ਕਹਿੰਦੇ ਵੇਖ ਤੇਰੀ ਖਾਤਰ ਕੋਈ ਨਹੀਂ ਦੁੱਧ ਪੀਣ ਦੀ ਤਿਆਰ ਹੋਇਆ। ਮਹਾਰਾਜ ਨੇ ਫਿਰ ਉਹ ਦੁੱਧ ਛਕਿਆ, ਹੋਇਆ ਤੇ ਕੁਝ ਵੀ ਨਹੀਂ। ਉਹ ਤਲੀਆਂ ਝੱਸੀਆਂ ਪੈਰਾਂ ਹੱਥਾਂ ਦੀਆਂ, ਉਹ ਨੌਜਵਾਨ ਦੇ ਸਵਾਸ ਵਾਪਸ ਆ ਗਏ। ਕਹਿੰਦੇ ਵੇਖ ਲਿਆ ਪਿਆਰ ਆਪਣੇ ਪਰਿਵਾਰ ਦਾ। ਕਹਿੰਦੇ ਜੀ ਝੂਠਾ ਹੀ ਹੈ। ਆਹ ਸ਼ਬਦ ਉੱਥੇ ਹੀ ਮਹਾਰਾਜ ਨੇ ਉਚਾਰਨ ਕੀਤਾ ਸੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਧਾਰਾ ਗਿਆ ਮੀਤ। ਮਹਾਰਾਜ ਕਹਿੰਦੇ ਆਪਣੇ ਸੁਖ ਸਿਉ ਹੀ ਜਗ ਫਾਂਦਿਓ,
को काहू को नाई सुख में आन बहुत मिल बैठत रहत चहु देश घेरे घेरा पा के बैठे रहते विपत बनी सब ही संग छाड़त को न आवत मेरे घर की नार बहुत हित जासियो घर वाली स्त्री हित जासियो मनुख दे बहुत काम करती घर वाली स्त्री प्रसादा पानी रोटी पानी सारिया तो नेड़े होंगी है महाराज कहते प्रेत का दर्जा भी फिर नहीं देना है ਜਿਹੜਾ ਜਿੰਨਾ ਨਜ਼ਦੀਕ ਹੁੰਦੇ ਉਨਾ ਹੀ ਜ਼ਿਆਦਾ ਉਹ ਡਰਦਾ ਜੇ ਫਿਰ ਜਦੋਂ ਬੰਦਾ ਚੜਾਈ ਕਰ ਜਾਂਦਾ ਜਿੰਨਾ ਕੋਈ ਨਜ਼ਦੀਕ ਹੁੰਦਾ ਮੰਨ ਲਓ ਪਰਿਵਾਰ ਹੈ ਉਹ ਬੰਦਾ ਬਿਸਤਰਾ ਗੁਰਦੁਆਰੇ ਪਹੁੰਚਾ ਦਿੰਦੇ ਵੀ ਇੱਥੇ ਹੀ ਆਉਣਾ ਹੋਇਆ ਸੀ ਰਿਸ਼ਤੇਦਾਰ ਤੇ ਨਹੀਂ ਡਰਦੇ ਉਹਨਾਂ ਦਾ ਬਹੁਤਾ ਪਿਆਰ ਨਹੀਂ ਸੀ ਪਰਿਵਾਰ ਵਾਲੇ ਉਹਦੇ ਤੋਂ ਡਰਦੇ ਆ ਜੋ ਸੁਪਨੇ 'ਚ ਕਿਉਂ ਆ ਗਿਆ ਜੀ ਰਾਤ ਦਿਸਿਆ ਜੀ ਦੱਸ ਲੈ ਕੇ ਵੀ ਇੱਕ ਵਾਰੀ ਬੇਨਤੀ ਕੀਤੀ ਜੀਂਦ ਨਾ ਮਾਫ ਕਰਨਾ ਗਿੱਦੜਬਾਹ ਸੀ ਵਿਦਿਆਲੇ 'ਚ ਸੱਥਿਆ ਲੈਂਦੇ ਸੀ ਤੇ ਉਹ ਆਹ ਦੀਪ ਬੱਸ ਵਾਲੇ ਦਾ ਨਾ ਕੋਈ ਡਰਾਈਵਰ ਚੜਾਈ ਕਰ ਗਿਆ ਇਹਨਾਂ ਦਾ ਹੈੱਡ ਆਫਿਸ ਜਿਹੜਾ ਉੱਥੇ ਹੀ ਇੱਕ ਗਿੱਦੜਬਾਹ ਕਾਫੀ ਮੇਰੇ ਕੋਲ 10-13 ਸਾਲ ਉੱਥੇ ਰਿਹਾ ਵਿਦਿਆਲਾ ਸੀ ਉੱਥੇ ਉਹ ਉੱਥੇ ਰਿਹਾ ਤੇ ਉਹ ਚੜਾਈ ਕਰ ਗਿਆ ਤੇ ਸਾਡੇ ਉਸਤਾਦ ਜੀ ਨੂੰ ਕਹਿੰਦੇ ਜੀ ਸਹਿਜ ਪਾਠ ਆਰੰਭ ਕਰਾਉਣਾ ਸਹਿਜ ਪਾਠ ਆਰੰਭ ਕਰਾਉਣਾ ਤੇ ਵੀ ਸਾਨੂੰ ਸਿੰਘ ਦੇ ਦਿਓ ਸਾਡੀ ਤਿੰਨ ਕੁ ਉਦੋਂ ਸੰਥਿਆ ਹੀ ਲੈਂਦੇ ਸਾਡੇ ਤਿੰਨ ਕੁ ਬੱਚਿਆਂ ਦੀ ਉਹਨਾਂ ਨੂੰ ਡਿਊਟੀ ਲਾ ਦਿੱਤੀ ਵੀ ਤੁਸੀਂ ਪਾਠ ਕਰਨਾ ਹੈ ਉਸਤਾਦ ਜੀ ਨੇ ਸਾਨੂੰ ਭੇਜਿਆ ਉਹ ਜਦੋਂ ਅਸੀਂ ਗਏ ਨਾ ਉਹ ਕਹਿੰਦੇ ਬਾਬਾ ਜੀ ਤੁਹਾਡੇ ਕੱਪੜੇ ਦੇਣੇ ਆ ਵੀ ਤੁਸੀਂ ਤਿੰਨ ਸਿੰਘਾਂ ਦੇ ਕੱਪੜੇ ਤੁਸੀਂ ਨਾ ਜਿਹੜੇ ਦਰਜੀ ਤੋਂ ਸੌਂਦੇ ਨਾ ਦੱਸ ਦਿਓ ਆਪਾਂ ਉਹ ਸਵਾ ਦੇਣਗੇ ਕਹਿੰਦੇ ਠੀਕ ਹੈ ਉਹ ਜਦੋਂ ਉਹਨਾਂ ਦੇ ਫੁੱਲ ਪਾਉਣ ਜਾਣਾ ਸੀ ਨਾ ਤੇ ਉਹਨਾਂ ਪੰਡਤ ਜੀ ਨੂੰ ਨਾਲ ਲਗਾਏ ਪਤਾ ਨਹੀਂ ਹਰਿਦੁਆਰ ਗਏ ਕਿਤੇ ਤੇ ਉਹਨਾਂ ਨੇ ਸੂਟ ਦੇ ਦਿੱਤੇ ਪੰਡਤ ਜੀ ਨੂੰ ਜਿਹੜੇ ਕੱਪੜੇ ਫਿਰ ਇੱਧਰ ਚੁੱਪ ਹੋ ਗਏ ਵੀ ਗ੍ਰੰਥੀ ਸਿੰਘਾਂ ਨੂੰ ਦੇਣੇ ਆ ਜਾਂ ਜਿਹੜੇ ਪਾਠ ਕਰਨ ਵਾਲੇ ਉਹ ਭੋਗ ਪੈ ਗਿਆ ਜੀ ਉਹ ਚੁੱਪ ਹੀ ਰਹਿ ਗੱਲ ਤੇ ਕੋਈ ਨਹੀਂ ਕੱਪੜਾ ਦਿਓ ਜਾਂ ਨਾ ਦਿਓ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮਹਾਰਾਜ ਨੇ ਲਾਣੀਆਂ ਦੀ ਬਾਣੀ 'ਚ ਕਿਹਾ ਨਾ ਜਲ ਲੇਫ ਤਲਾਈਆਂ ਨਾ ਭੋਜਨ ਪ੍ਰਕਾਰੂ ਵੀ ਭੋਜਨ ਨਾ ਲੇਫ ਤਲਾਈਆਂ ਸਾਡੇ ਨਾਲ ਨਹੀਂ ਜਾਂਦਾ ਜਿਹੜਾ ਛਕੇਗਾ ਭੁੱਖ ਉਹਦੀ ਦੂਰ ਹੋਣੀ ਜਿਹੜਾ ਸਰੀਰ ਕਰਕੇ ਹੈ ਨਹੀਂ ਉਹਦੇ ਤੱਕ ਥੋੜ੍ਹੀ ਭੋਜਨ ਪਹੁੰਚਦਾ ਹਾਂ ਭੁੱਖਿਆਂ ਨੂੰ ਜ਼ਰੂਰ ਛਕਾਈਏ ਪਰ ਇਹ ਨਹੀਂ ਹੈ ਵੀ ਅਸੀਂ ਕਿਸੇ ਨੂੰ ਵੀ ਸਾਡੇ ਵਡੇਰੇ ਨੂੰ ਉਹ ਬਰਸੀ ਆਉਂਦੀ ਹੈ ਤੁਸੀਂ ਦੇ ਦਿਓ ਗਰੀਬਾਂ ਨੂੰ ਉਹਨਾਂ ਦਾ ਢਿੱਡ ਭਰ ਜਾਏਗਾ ਚੰਗੀ ਗੱਲ ਹੈ ਵੀ ਅਸੀਂ ਕਿਸੇ ਆਪਣੇ ਵਡੇਰੇ ਦੀ ਯਾਦ ਦੇ ਅੰਦਰ ਕਿਸੇ ਪਰਿਵਾਰ ਦਾ 10 ਦਿਨ ਦਾ ਆਟਾ ਸਾਡੇ ਘਰੋਂ ਚਲਾ ਜਾਵੇ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਹੈ ਪਰ ਸਾਡਾ ਬਜ਼ੁਰਗ ਖਾਏਗਾ ਇਹ ਭਾਵਨਾ ਨਹੀਂ ਠੀਕ ਵੀ ਅਸੀਂ ਉਹਨੂੰ ਖਵਾ ਰਹੇ ਹਾਂ ਜਿਹੜਾ ਚੜਾਈ ਕਰ ਗਿਆ ਇਹ ਨਹੀਂ ਠੀਕ ਹਾਂ ਕਿਸੇ ਨੂੰ ਛਕਾ ਦਿਓ ਅਸੀਸ ਦੇਗਾ ਉਹ ਧੰਨਵਾਦ ਵੀ ਸ਼ੁਕਰਾਨਾ ਵੀ ਜ਼ਰੂਰ ਕਰੇਗਾ ਛਕਾਉਣ ਵਾਲੇ ਦਾ ਉਹ ਭੋਗ ਪੈ ਗਿਆ ਜੀ 10 ਦਿਨਾਂ ਬਾਅਦ ਭੋਗ ਪਿਆ 20 ਦਿਨ ਲੰਘ ਗਏ ਉਸ ਤੋਂ ਬਾਅਦ ਨਾ ਉਹਨਾਂ ਦਾ ਪਰਿਵਾਰ ਸਾਰਾ ਸਾਡੇ ਉਸਤਾਦ ਜੀ ਕੋਲ ਆਣ ਕੇ ਬੈਠਾ ਕਹਿੰਦੇ ਜੀ ਬਾਬਾ ਜੀ ਅਸੀਂ ਉਸਤਾਦ ਜੀ ਕੱਪੜੇ ਦੇਣੇ ਸੀ ਤੁਹਾਡੇ ਸਿੰਘਾਂ ਨੂੰ ਉਹ ਅਸੀਂ ਪੰਡਤ ਜੀ ਨੂੰ ਦੇ ਬੈਠੇ ਤੇ ਹੁਣ ਨਾ ਉਹ ਸਾਡੇ ਸੁਪਨੇ 'ਚ ਰੋਜ਼ ਆਉਂਦਾ ਹੈ ਵੀ ਜਿਹਦੇ ਕੱਪੜੇ ਦੇਣਾ ਇਹਦੇ ਕਈ ਵਾਰੀ ਨਿਰਵਸਤਰ ਵੀ ਸਾਨੂੰ ਦਿਖਾਈ ਦਿੰਦਾ ਜੀ ਕੱਪੜੇ ਉਹ ਸਾਡੇ ਉਸਤਾਦ ਜੀ ਹੱਸਦੇ ਰਹੇ ਉਹਨਾਂ ਨਾਲ ਕਹਿੰਦੇ ਜਿਹੜਾ ਤੁਹਾਡੇ ਘਰੇ ਕਿੰਨੇ ਉਮਰ ਸੀ ਕਹਿੰਦੇ ਜੀ 45 ਸਾਲ ਕਹਿੰਦੇ 45 ਸਾਲ ਰਿਹਾ ਉਦੋਂ ਤੁਹਾਨੂੰ ਡਰ ਨਹੀਂ ਲੱਗਾ ਤੇ ਹੁਣ ਸੁਪਨੇ 'ਚ ਵੀ ਤੁਹਾਨੂੰ ਡਰ ਲੱਗਦਾ ਹੈ ਉਹ ਕੱਪੜੇ ਕੁੱਪੜੇ ਕੋਈ ਨਹੀਂ ਉਹਦਾ ਸਰੀਰ ਤੇ ਤੁਸੀਂ ਕਿੰਨੇ ਬੰਦੇ ਸੰਸਕਾਰ ਕਰਨ ਗਏ ਹੁਣ ਕਿਹੜੇ ਕੱਪੜਿਆਂ ਦੀ ਉਹਨੂੰ ਕੱਪੜਿਆਂ ਦੀ ਜ਼ਰੂਰਤ ਨਹੀਂ ਉਹ ਕਹਿੰਦੇ ਨਹੀਂ ਜੀ ਸਾਨੂੰ ਤੇ ਡਰ ਲੱਗਦਾ ਵੀ ਕਿਤੇ ਸਾਡਾ ਕੋਈ ਨੁਕਸਾਨ ਨਾ ਹੋ ਜਾਏ ਉਸਤਾਦ ਜੀ ਕਹਿੰਦੇ ਫਿਰ ਹੁਣ ਕੀ ਚਾਹੁੰਦੇ ਹੋ ਕਹਿੰਦੇ ਜੀ ਤੁਹਾਡੇ ਸਿੰਘਾਂ ਨੂੰ ਕੱਪੜੇ ਦੇਣੇ ਹੈ ਤੇ ਸਾਡੇ ਉਸਤਾਦ ਜੀ ਹਾਜ਼ਰ ਕਹਿੰਦੇ ਫਿਰ ਇੱਕ ਹੁਣ ਕੱਪੜਾ ਨਾ ਦਿਓ ਫਿਰ 5 ਜੁੱਤੀ ਵੀ ਦਿਓ ਦਸਤਾਰ ਵੀ ਦਿਓ ਦੁੱਧ ਉਹ ਸਾਨੂੰ ਉਸਤਾਦ ਜੀ ਨੇ ਸੱਦਿਆ ਕਹਿੰਦੇ ਨੇ ਹੁਣੇ ਡਰੇ ਹੋਏ ਨੇ ਜੋ ਮਰਜ਼ੀ ਇਹਨਾਂ ਤੋਂ ਲੈ ਲਓ ਪਰ ਇਹ ਸਾਡਾ ਸਿਧਾਂਤ ਨਹੀਂ ਹੈ ਕਿ ਅਸੀਂ ਡਰਾ ਕੇ ਕਿਸੇ ਨੂੰ ਲੈਣਾ ਗੁਰਦੁਆਰੇ ਸਾਨੂੰ ਬਿਸਤਰੇ ਚਾਹੀਦੇ ਇਹ ਸੇਵਾ ਬੇਨਤੀ ਕਰ ਦੇਣੀ ਚਾਹੀਦੀ ਭਾਈ ਸਰਾਧ ਸੰਗਤ ਆਉਂਦੀ ਹੈ ਇੰਨੇ ਬਿਸਤਰੇ ਦੇ ਦਿਓ ਪਰ ਮੈਂ ਸਟੇਜ 'ਤੇ ਬੈਠ ਕੇ ਕਹਾਂ ਵੀ ਤੁਹਾਡਾ ਕੋਈ ਚੜ੍ਹਾਈ ਕਰ ਗਿਆ ਉਹਨੇ ਮੇਰੇ ਤੋਂ ਸੰਕੇਤ ਦਿੱਤਾ ਹੈ ਵੀ ਤੁਸੀਂ ਕੁਝ ਮੈਨੂੰ ਦਿਓ ਇਹ ਮੈਂ ਧਰਮ ਦੇ ਨਾਂ 'ਤੇ ਠੱਗਾਂਗਾ ਕਿਸੇ ਨੂੰ ਇਹ ਤਾਂ ਇੱਕ ਠੱਗਪੁਣ ਹੈ ਵੀ ਉਹ ਜਿਹੜਾ ਚਲਾ ਗਿਆ ਉਹਨੇ ਤੁਹਾਡੇ ਤੋਂ ਕੁਝ ਮੰਗਿਆ ਜੀ ਮਹਾਰਾਜ ਕਹਿੰਦੇ ਨੇ ਉਹ ਜਿਹੜਾ ਜਿਉਂਦਾ ਬੰਦਾ ਘਰੇ ਰਹਿੰਦਾ ਉਹ ਫਿਰ ਸੁਪਨੇ 'ਚ ਵੀ ਡਰ ਉਹਦੇ ਤੋਂ ਡਰ ਲੱਗਦਾ ਹੈ ਮਹਾਰਾਜ ਕਹਿੰਦੇ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇੜੇ ਕੋਈ ਵੀ ਨਹੀਂ ਢੁਕਦਾ ਸੁਖ ਮੈਂ ਆਣ ਬਹੁਤ ਮਿਲ ਬੈਠਤੇ ਇੱਥੇ ਸੁਖ ਮੈਂ ਬਹੁਤ ਸੰਗੀ ਭਏ ਸੁਖ ਵੇਲੇ ਬਹੁਤ ਮਦਦ ਕਰਨਗੇ ਮਹਾਰਾਜ ਕਹਿੰਦੇ ਦੁੱਖ ਮੈਂ ਸੰਗ ਨਾ ਕੋਏ ਜਦੋਂ ਦੁੱਖ ਆਉਂਦਾ ਕੋਈ ਸਾਥ ਨਹੀਂ ਖੜਦਾ ਹੈ ਜੀ ਸਤਿਗੁਰੂ ਕਹਿੰਦੇ ਵੀ ਮਨਾ ਹਰ ਭੱਜ ਇਹ ਸ਼ਬਦ ਵਾਰ-ਵਾਰ ਆਇਆ ਜੀ ਭੋਗ ਦੇ ਸ਼ਲੋਕਾਂ 'ਚ ਭੱਜ ਦਾ ਅਰਥ ਭਜਨ ਕਰਨਾ ਜਾਂ ਭੱਜ ਦਾ ਅਰਥ ਜਪਣਾ ਰੱਬ ਨੂੰ ਵਾਹਿਗੁਰੂ ਦੀ ਬੰਦਗੀ ਕਰਨੀ ਉਹਦੇ ਨਾਲ ਜੁੜਦਾ
ਮਹਾਰਾਜ ਕਹਿੰਦੇ ਹੋ ਇਹ ਦੁਨੀਆ ਨੇ ਤੇਰਾ ਸਾਥ ਨਹੀਂ ਦੇਣਾ, ਤੂੰ ਰੱਬ ਦੀ ਬੰਦਗੀ ਕਰਿਆ ਕਰ, ਜਪ ਉਸ ਵਾਹਿਗੁਰੂ ਨੂੰ। ਅੰਤ ਸਹਾਈ ਹੋਈ। ਮਹਾਰਾਜ ਕਹਿੰਦੇ ਅੰਤ ਨੂੰ ਉਹਨੂੰ ਜਪ ਜਿੰਨੇ ਤੇਰੀ ਸਹਾਇਤਾ ਕਰਨੀ ਹੈ। ਇੱਕ ਨਾ ਬੜਾ ਪਿਆਰਾ ਸ਼ਬਦ ਹੈ, ਐਸੋ ਸਹਾਈ ਹਰ ਕੋ ਨਾਮ ਬੂੜਤ ਕੋ ਜੈਸੇ ਬੇੜੀ ਮਿਲਦਾ। ਪਤਾ ਨਾਮ ਨੇ ਤੇਰੀ ਸਹਾਇਤਾ ਕਿਵੇਂ ਕਰਨੀ। ਡੁੱਬਦੇ ਬੰਦੇ ਨੂੰ ਜਿਵੇਂ ਬੇੜੀ ਮਿਲਦੇ, ਮੰਨ ਲਓ ਕੋਈ ਬੰਦਾ ਗੋਤੇ ਖਾ ਰਿਹਾ, ਰੁੜਨ ਲੱਗਾ, ਡੁੱਬਣ ਲੱਗਾ, ਤੇ ਕੋਈ ਬੇੜੀ ਲੈ ਕੇ ਉਸ ਟਾਈਮ ਆ ਜੇ, ਉਹ ਬਚ ਜੇ। ਨਾਮ ਨੇ ਇਸ ਤਰ੍ਹਾਂ ਸਾਡੀ ਮਦਦ ਕਰਨੀ ਹੈ। ਮਹਾਰਾਜ ਕਹਿੰਦੇ ਬੂਝਤ ਦੀਪਕ ਮਿਲਤ ਤਿਲਤ, ਦੀਵਾ ਬੁਝਦਾ ਹੋਵੇ ਨਾ ਉਹਦੇ 'ਚ ਦੁਬਾਰਾ ਤੇਲ ਪਾ ਦੋ, ਲਾਟ ਫਿਰ ਪਕੜ ਦਿੰਦਾ ਹੈ। ਕਹਿੰਦੇ ਨਾਮ ਨੇ ਇਸ ਤਰ੍ਹਾਂ ਸਹਾਇਤਾ ਕਰਨੀ ਹੈ। ਜੈਸੇ ਰਣ ਮੈਂ ਸਖਾ ਭਰਾਤ, ਰਣ ਮੈਦਾਨ ਲੜਦਾ ਹੋਵੇ ਨਾ ਇੱਕ ਬੰਦਾ, ਉਹਨੂੰ ਜ਼ਖਮੀ ਹੋ ਜਾਏ, ਸੱਟਾਂ ਲੱਗਦੀਆਂ ਹੋਣ ਤੇ ਉਹਦਾ ਸਗਾ ਭਰਾ ਉਸੇ ਟਾਈਮ ਕਿਤੇ ਆ ਜਾਏ, ਉਹ ਬੰਦਾ ਫਿਰ ਹੌਸਲਾ ਪਕੜਦਾ, ਕਹਿੰਦਾ ਹੁਣ ਮੇਰਾ ਭਰਾ ਆ ਗਿਆ, ਮੈਨੂੰ ਮਰਨ ਨਹੀਂ ਦੇਗਾ। ਮਹਾਰਾਜ ਕਹਿੰਦੇ ਭਰਾ ਵਰਗਾ ਆਸਰਾ ਹੈ ਰੱਬ ਦੇ ਨਾਮ ਦਾ ਸਾਨੂੰ, ਬਾਪ ਵਰਗਾ ਵੀ ਆਸਰਾ ਹੈ, ਮਾਂ ਵਰਗਾ ਵੀ ਹੈ, ਮਿੱਤਰ ਵਰਗਾ ਵੀ ਹੈ, ਰਿਸ਼ਤੇਦਾਰ ਵੀ। ਉਹ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕਾੜਾ। ਗੁਰੂ ਸਾਹਿਬ ਜੀ ਮੈਨੂੰ ਤੇ ਤੂੰ ਹੀ ਮਾਂ, ਤੂੰ ਹੀ ਮੇਰਾ ਪਿਤਾ, ਤੂੰ ਹੀ ਰਿਸ਼ਤੇਦਾਰ, ਤੂੰ ਹੀ ਮੇਰਾ ਇਹਦਾ ਪੁੱਤਰ ਵੀ ਤੂੰ ਹੀ ਹੈ। ਗੁਰੂ ਸਾਹਿਬ ਨਾਲ ਜਿਹੜਾ ਮਰਜ਼ੀ ਰਿਸ਼ਤਾ ਕਾਇਮ ਕਰ ਲਓ। ਜੇ ਬਾਪ ਸਮਝੋਗੇ, ਬਾਪ ਬਣ ਕੇ ਹੱਥ ਰੱਖਦਾ ਸਿਰ ਤੇ, ਇਹਨੂੰ ਮਿੱਤਰ ਸਮਝ ਲਓ। ਤੇ ਗੁਰੂ ਵਰਗਾ ਸੱਜਣ ਸੀ, ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਗੁਰੂ ਸਾਹਿਬ ਨੂੰ ਆਪਣਾ ਭਰਾ ਮੰਨ ਲਓ, ਮਿੱਤਰ ਮੰਨ ਲਓ, ਜੋ ਵੀ ਮੰਨੋਗੇ ਨਾ, ਉਹ ਗੁਰੂ ਨੇ ਉਹੋ ਜਿਹਾ ਪਿਆਰ ਤੁਹਾਡੇ ਨਾਲ ਕਰਨਾ ਹੈ। ਗੁਰੂ ਸਾਡੇ ਸਾਰੇ ਰਿਸ਼ਤੇਦਾਰ ਦੁਨਿਆਵੀ ਤੇ ਕਿਤੇ ਧੋਖਾ ਦੇ ਜਾਣਗੇ। ਹੋ ਸਕਦਾ ਕਈ ਤੇ ਉਹ ਬੱਚੇ ਵਿਚਾਰੇ ਜਨਮ ਲੈਂਦੇ ਨੇ ਤੇ ਮਾਂ ਚੜਾਈ ਕਰ ਜਾਂਦੀ ਹੈ, ਬੱਚਾ ਬਚ ਜਾਂਦਾ ਹੈ, ਮਾਂ ਬਚਦੀ ਨਹੀਂ ਹੈ, ਫਿਰ ਪਲਦੇ ਤੇ ਉਹ ਵੀ ਹੈ। ਪਰ ਜਿਹੜੀ ਗੁਰੂ ਮਾਂ ਇਹ ਕਦੇ ਸਾਡਾ ਸਾਥ ਨਹੀਂ ਛੱਡਦੀ ਹੈ, ਗੁਰੂ ਪਿਤਾ ਕਦੇ ਸਾਥ ਨਹੀਂ ਛੱਡਦਾ, ਗੁਰੂ ਮਿੱਤਰ ਕਦੇ ਸਾਥ ਨਹੀਂ ਛੱਡਦਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੜਾਈ। ਦੁਨਿਆਵੀ ਰਿਸ਼ਤੇਦਾਰ ਜਿੱਥੇ ਕਿੱਥੇ ਮੈਨੂੰ ਲੈ ਛੜਾਈ ਵਾਲਾ ਨਹੀਂ ਜੇ ਇਹ ਬਖਸ਼ਿਸ਼ ਵਰਤਦੀ। ਰਿਸ਼ਤੇਦਾਰ ਨਹੀਂ ਸਾਨੂੰ ਛਡਾ ਸਕਦੇ, ਜਿੱਥੇ ਕਿੱਥੇ ਮਰਜ਼ੀ ਗੁਰੂ ਛਡਾ ਸਕਦਾ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਮਹਾਰਾਜ ਕਹਿੰਦੇ ਭਾਈ ਅਸਲੀ ਤੇ ਸਹਾਇਤਾ ਕਰਨ ਵਾਲਾ ਨਾਮ ਹੈ, ਉਹਨੂੰ ਜਪਿਆ ਕਰ। ਰਿਸ਼ਤੇਦਾਰਾਂ ਨੇ ਤੇ ਜਦੋਂ ਉਹੋ ਜਿਹਾ ਸਮਾਂ ਆਇਆ ਇਹਨਾਂ ਨੇ ਸਾਥ ਛੱਡ ਦੇਣਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਪਾਵਨ ਸਲੋਕ ਦੀ ਵਿਚਾਰ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ। ਸੰਗਤ ਤੇ ਸਤਿਗੁਰੂ ਬਖਸ਼ ਦਿਓ, ਬਖਸ਼ ਲੈਣਾ ਜੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ।